ਨਿਕਟ ਵਸੈ ਨਾਹੀ ਹਰ ਦੂਰ। 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 ਐਸਾ ਮੇਰਾ ਰਾਮ ਰਹਿਆ ਭਰਪੂਰ। ਐਸਾ ਮੇਰਾ ਰਾਮ ਰਹਿਆ ਭਰਪੂਰ। ऐसा मेरा राम रहया भरपूर। निकट वसै नाहि हर दूर। 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 ऐसा मेरा राम रहया भरपूर। ऐसा मेरा राम रहया भरपूर। ਨਿਕਟ ਵਸੈ ਨਾਹੀ ਹਰ ਦੂਰ। निकट वसै नाहि हर दूर। ਨਿਕਟ ਵਸੈ ਨਾਹੀ ਹਰ ਦੂਰ। निकट वसै नाहि हर दूर। निकट वसै नाहि हर दूर। निकट वसै नाहि हर दूर। ऐसा मेरा राम रहया भरपूर। ऐसा मेरा राम रहया भरपूर। हर आपे शब्द सुरत धुन आपे। हर आपे वेख विद से आपे।
ਹਰ ਆਪੇ ਸ਼ਬਦ ਸੁਰਤ ਧੁਨ ਆਪੇ, ਹਰ ਆਪੇ ਵੇਖੈ ਵਿਗਸੈ ਆਪੇ। ਹਰ ਆਪ ਜਪਾਏ ਆਪੇ ਹਰ ਜਾਪੇ, ਹਰ ਆਪ ਜਪਾਏ ਆਪੇ ਹਰ ਜਾਪੇ। ਵਾਹਿਗੁਰੂ 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 ਜੀ ਕੀ ਫਤਿਹ। ਸੰਸਾਰ ਦੇ ਅੰਦਰ ਉਸ ਨੂੰ ਹੀ ਸਨਮਾਨ ਮਿਲਦਾ ਹੈ, ਮਾਨ ਮਿਲਦਾ ਹੈ ਜਿਹੜਾ ਮਾਨਵਤਾ ਦਾ ਭਲਾ ਕਰਦਾ ਹੈ, ਮਨੁੱਖਤਾ ਦਾ ਭਲਾ ਕਰਦਾ ਹੈ। ਉਸ ਨੂੰ ਵੀ ਮਾਨ ਮਿਲਦਾ ਹੈ, ਸਤਿਕਾਰ ਮਿਲਦਾ ਹੈ ਜਿਹੜਾ ਮਨੁੱਖਤਾ ਲਈ ਆਪਣੀ ਸ਼ਹਾਦਤ ਦੇ ਦਿੰਦਾ ਹੈ, ਪ੍ਰਾਣਾਂ ਦੀ ਆਹੂਤੀ ਦੇ ਦਿੰਦਾ ਹੈ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ, ਬਾਬਾ ਜਸਵੰਤ ਸਿੰਘ ਜੀ, ਇਹਨਾਂ ਨੇ ਪਰਮੇਸ਼ਵਰ ਦੀ ਗੱਲ ਕੀਤੀ। ਜਿਹੜਾ ਵੀ ਕੋਲ ਆਇਆ, ਮਿਲਿਆ, ਬੈਠਿਆ, ਉਸ ਨੂੰ ਵਾਹਿਗੁਰੂ ਦੇ ਨਾਲ ਜੋੜਨ ਦਾ ਯਤਨ ਕੀਤਾ। ਸੰਸਾਰ ਦੇ ਅੰਦਰ ਕਦੇ ਰਾਜੇ, ਮਹਾਰਾਜੇ, ਅਮੀਰਜ਼ਾਦੇ ਯਾਦ ਨਹੀਂ ਰੱਖੇ ਜਾਂਦੇ, ਯਾਦ ਬੰਦਗੀ ਵਾਲੇ ਰੱਖੇ ਜਾਂਦੇ। ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਗਤ ਨੂੰ ਪੁੱਛਿਆ ਕਿ ਤੁਹਾਡੇ ਚੋਂ ਕੋਈ ਭਗਤ ਕਬੀਰ ਜੀ ਨੂੰ ਜਾਣਦਾ ਹੈ? ਸਾਰੇ ਕਹਿਣ ਲੱਗੇ ਹਾਂਜੀ ਜਾਣਦੇ ਹਾਂ। ਬੰਦਗੀ ਵਾਲੇ, ਭਗਤੀ ਵਾਲੇ ਮਹਾਂਪੁਰਖ ਨੇ ਭਗਤ ਕਬੀਰ ਜੀ। ਫਿਰ ਮਹਾਰਾਜ ਨੇ ਫਿਰ ਪੁੱਛਿਆ ਕਿ ਭਗਤ ਕਬੀਰ ਜੀ ਦੇ ਸਮਕਾਲ ਦੇ ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ? ਕੋਈ ਆਖੇ ਬਹਿਲੋਲ ਲੋਧੀ, ਕੋਈ ਆਖੇ ਸਿਕੰਦਰ ਲੋਧੀ, ਕੋਈ ਆਖੇ ਹਮਾਯੂ, ਕੋਈ ਆਖੇ ਅਕਬਰ। ਤਾਂ ਮਹਾਰਾਜ ਨੇ ਕਿਹਾ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਸ ਵਕਤ ਬਾਦਸ਼ਾਹ ਕਿਹੜਾ ਸੀ ਇਹ ਬਹੁਤਿਆਂ ਨੂੰ ਪਤਾ ਨਹੀਂ ਹੈ। ਕਈਆਂ ਨੂੰ ਗਲਤ ਪਤਾ ਹੈ, ਬਹੁਤ ਥੋੜੇ ਆ ਜਿਨ੍ਹਾਂ ਨੂੰ ਸਹੀ ਪਤਾ ਹੈ। ਪਰ ਭਗਤ ਕਬੀਰ ਜੀ ਬਾਰੇ ਸਾਰਿਆਂ ਨੂੰ ਸਹੀ ਪਤਾ ਹੈ। ਮਹਾਰਾਜ ਨੇ ਫਿਰ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ
ਸ਼ਹੀਦ ਯਾਦ ਰੱਖੇ ਜਾਂਦੇ ਨੇ, ਭਗਤ ਯਾਦ ਰੱਖੇ ਜਾਂਦੇ ਨੇ, ਸਾਧੂ ਯਾਦ ਰੱਖੇ ਜਾਂਦੇ ਨੇ, ਬਾਦਸ਼ਾਹ ਕਦੇ ਯਾਦ ਨਹੀਂ ਰੱਖੇ ਜਾਂਦੇ। ਬੜੇ ਬੜੇ ਜ਼ਗੀਰਦਾਰ ਅਮੀਰ ਯਾਦ ਨਹੀਂ ਰੱਖੇ ਜਾਂਦੇ। ਅੱਜ ਅਸੀਂ ਦੇਖਦੇ ਹਾਂ ਸੰਸਾਰ ਦੇ ਅੰਦਰ ਇਹ ਠੀਕ ਹੈ, ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਅਸੀਂ ਜੀਵਨ ਬਰਤਾਂਤ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਉੱਤੇ ਔਰੰਗਜ਼ੇਬ ਦਾ ਨਾਮ ਵੀ ਸੁਣਦੇ ਹਾਂ ਤੇ ਪੜ੍ਹਦੇ ਹਾਂ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਚੱਲਦੀ ਹੈ ਤੇ ਵਜ਼ੀਦੇ ਦੀ ਗੱਲ ਵੀ ਆਉਂਦੀ ਹੈ ਸੁਣਨ ਨੂੰ। ਫਰਕ ਹੈ। ਜਿੱਥੇ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਤਿਕਾਰ ਨਾਲ ਪੜ੍ਹਦੇ ਹਾਂ, ਸਤਿਕਾਰ ਨਾਲ ਸੁਣਦੇ ਹਾਂ, ਉੱਥੇ ਔਰੰਗੇ ਨੂੰ ਤਿਰਸਕਾਰ ਨਾਲ ਪੜ੍ਹਦੇ ਹਾਂ ਤੇ ਤਿਰਸਕਾਰ ਨਾਲ ਸੁਣਦੇ ਹਾਂ। ਜਿੱਥੇ ਸਾਹਿਬਜ਼ਾਦਿਆਂ ਨੂੰ ਪੜ੍ਹਦੇ ਹਾਂ, ਸਤਿਕਾਰ ਨਾਲ ਪੜ੍ਹਦੇ ਹਾਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੁਣਦੇ ਹਾਂ, ਸਤਿਕਾਰ ਨਾਲ ਸੁਣਦੇ ਹਾਂ, ਜਦੋਂ ਵਜ਼ੀਦੇ ਦਾ ਨਾਮ ਕੰਨੀ ਪੈਂਦਾ ਤੇ ਉਹਨੂੰ ਤਿਰਸਕਾਰ ਨਾਲ ਸੁਣਦੇ ਹਾਂ। ਸਤਿਕਾਰ ਤੇ ਤਿਰਸਕਾਰ ਦੇ ਵਿੱਚ ਫਰਕ ਹੈ, ਜ਼ਮੀਨ ਅਸਮਾਨ ਦਾ, ਜ਼ਮੀਨ ਅਸਮਾਨ ਦਾ। ਸ਼ਹੀਦ ਤੇ ਭਗਤ ਇਹ ਸਤਿਕਾਰ ਨਾਲ ਯਾਦ ਰੱਖੇ ਜਾਂਦੇ ਆ, ਸਤਿਕਾਰ ਨਾਲ ਯਾਦ ਕੀਤੇ ਜਾਂਦੇ ਆ। ਅੱਜ ਅਸੀਂ ਦੇਖਦੇ ਹਾਂ ਨਾ ਕਿ ਕਿਸੇ ਦਾ ਜਦੋਂ ਪਿਤਾ ਚੜ੍ਹਾਈ ਕਰ ਜਾਂਦਾ ਹੈ ਤੇ ਪੁੱਤਰ ਜਿਹੜਾ ਉਹਦੀ ਯਾਦ ਦੇ ਵਿੱਚ ਸਾਲ ਬਾਅਦ ਸਮਾਗਮ ਕਰਾਉਂਦਾ ਆਪਣੇ ਘਰ ਦੇ ਵਿੱਚ। ਸਿੱਖ ਅਖੰਡ ਪਾਠ ਸਾਹਿਬ ਕਰਾ ਲੈਂਦੇ ਨੇ, ਹਿੰਦੂ ਜਿਹੜੇ ਨੇ ਉਹ ਆਪਣੀ ਰੀਤ ਮੁਤਾਬਕ ਧਾਰਮਿਕ ਸਮਾਗਮ ਕਰਾ ਲੈਂਦੇ ਨੇ। ਇੱਕ ਵਾਰ ਕਰਾਉਂਦੇ ਨੇ ਜਿਹਨੂੰ ਵਰੀਣਾ ਕਹਿ ਦਿੰਦੇ। ਜਿਹੜੇ ਬਹੁਤੇ ਪਿਆਰ ਕਰਨ ਵਾਲੇ ਹੁੰਦੇ ਆ ਮਾਂ-ਬਾਪ ਨੂੰ, ਉਹ ਹਰ ਸਾਲ ਕਰਾਉਂਦੇ ਆ, ਪਰ ਜਦੋਂ ਚਲਾਣਾ ਕਰ ਜਾਂਦੇ ਆ ਉਹਨਾਂ ਦੇ ਅੱਗੋਂ ਜਿਹੜੇ ਪੁੱਤਰ ਹੁੰਦੇ ਆ ਫਿਰ ਉਹ ਪਿਤਾ ਦੀ ਯਾਦ ਮਨਾਉਂਦੇ ਆ, ਦਾਦੇ ਦੀ ਯਾਦ ਨਹੀਂ ਮਨਾਉਂਦੇ। ਫਿਰ ਗਾ ਉਹਨਾਂ ਦੇ ਜਦੋਂ ਪੁੱਤਰ ਹੋ ਜਾਂਦੇ ਆ ਫਿਰ ਉਹ ਦਾਦੇ ਦੀ ਵੀ ਨਹੀਂ ਮਨਾਉਂਦੇ, ਪੜਦਾਦੇ ਦੀ ਵੀ ਨਹੀਂ ਮਨਾਉਂਦੇ, ਉਹ ਆਪਦੇ ਪਿਤਾ ਦੀ ਮਨਾਉਂਦੇ ਆ। ਮਤਲਬ ਕੀ ਹੈ ਕਿ ਆਮ ਮਨੁੱਖਾਂ ਦੀ ਯਾਦ ਜਿਹੜੀ ਹੈ ਨਾ ਉਹ ਨਹੀਂ ਮਨਾਈ ਜਾਂਦੀ ਇੰਨੀ, ਲੇਕਿਨ ਸ਼ਹੀਦਾਂ ਤੇ ਭਗਤਾਂ ਨੂੰ ਸਦੀਆਂ ਯਾਦ ਰੱਖਿਆ ਜਾਂਦਾ ਹੈ, ਸਦੀਆਂ। ਜਦੋਂ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਅਸੀਂ ਉਦੋਂ ਤੋਂ ਉਹਨਾਂ ਨੂੰ ਯਾਦ ਕਰਦੇ ਆ ਰਹੇ ਹਾਂ। 316-17 ਵਰ੍ਹੇ ਹੋ ਗਏ ਜਦੋਂ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ ਹੈ, ਅਸੀਂ ਉਦੋਂ ਤੋਂ ਯਾਦ ਕਰਦੇ ਹਾਂ। ਤੇ ਭਗਤ ਕਬੀਰ ਜੀ ਨੂੰ ਅਸੀਂ ਉਹਨਾਂ ਦੇ ਚਲਾਣੇ ਤੋਂ ਬਾਅਦ ਤੋਂ ਯਾਦ ਕਰਦੇ ਤੁਰੇ ਆ ਰਹੇ ਹਾਂ। ਯਾਨੀ 500, 550, 600 ਸਾਲ ਹੋ ਗਿਆ ਸਾਨੂੰ ਭਗਤ ਕਬੀਰ ਜੀ ਦੀ ਯਾਦ ਮਨਾਉਂਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 550 ਸਾਲ ਹੋ ਗਿਆ ਸਾਨੂੰ ਮਨਾਉਂਦੇ ਆ, ਔਰ ਹਜ਼ਾਰਾਂ ਸਾਲ ਮਨਾਉਂਦੇ ਰਹਿਣਾ। ਪਰ ਆਮ ਮਨੁੱਖਾਂ ਨੂੰ ਕੋਈ ਯਾਦ ਨਹੀਂ ਕਰਦਾ, ਆਮ ਲੋਕਾਂ ਨੂੰ ਕੋਈ ਯਾਦ ਨਹੀਂ ਕਰਦਾ, ਚਾਹੇ ਉਹ ਕਿੰਨੇ ਧਨਵਾਨ ਹੋਣ ਤੇ ਕਿੰਨੇ ਹੀ ਸੱਤਾ ਦੇ ਉਹ ਧਾਰਨੀ ਹੋਣ। ਇਹ ਚੀਜ਼ਾਂ ਸਾਨੂੰ ਸਬਕ ਵੀ ਦਿੰਦੀਆਂ ਨੇ। ਆਪਣੇ ਲਈ ਜ਼ਿੰਦਗੀ ਹਰ ਕੋਈ ਜਿਉਂਦਾ ਹੈ, ਪਸ਼ੂ ਪੰਛੀ ਪੇੜ ਪੌਦੇ ਰੁੱਖ ਜੀ ਜੰਤ ਕੀੜੇ ਮਕੌੜੇ ਸਭ ਆਪਣੇ ਲਈ ਜ਼ਿੰਦਗੀ ਜਿਉਂਦੇ ਆ। ਅਸੀਂ ਪੜ੍ਹਦੇ ਹਾਂ ਨਾ ਦੁਨੀਆ ਦੇ ਵਿੱਚ ਬਹੁਤ ਸਾਰੇ ਫਲਸਫੇ ਜਿਹੜੇ ਨੇ ਉਹ ਆਸਤਕ ਨੇ, ਬਹੁਤ ਸਾਰੇ ਫਲਸਫੇ ਜਿਹੜੇ ਨੇ ਉਹ ਨਾਸਤਕ ਨੇ। ਪਰ ਸਾਰੇ ਫਲਸਫੇ ਚਾਹੇ ਆਸਤਕ ਹੈ ਤੇ ਚਾਹੇ ਨਾਸਤਕ, ਸਾਰੇ ਫਲਸਫੇ ਇੱਕ ਗੱਲ ਦੇ ਉੱਤੇ ਸਹਿਮਤ ਹੈ। ਜਿਹੜੇ ਨਾਸਤਕ ਹੈ ਨਾ ਉਹ ਵੀ ਇਸ ਗੱਲ ਦੇ ਉੱਤੇ ਸਹਿਮਤ ਹੈ। ਕਿਹੜੀ ਗੱਲ ਹੈ ਜਿਹਦੇ ਤੇ ਸਾਰੇ ਸਹਿਮਤ ਹੈ? ਉਹ ਇਹ ਹੈ ਕਿ ਮਨੁੱਖ ਜੋਨ ਜਿਹੜੀ ਹੈ ਇਹ ਸਰਵੋਪਰੀ ਹੈ, ਸਰਵ ਸ੍ਰੇਸ਼ਟ ਹੈ। ਕਮਿਊਨਿਸਟ ਵੀ ਮੰਨਦੇ ਨੇ ਕਿ ਮਨੁੱਖ ਸਾਰੀਆਂ ਜੋਨੀਆਂ ਨਾਲੋਂ ਉੱਤਮ ਹੈ। ਕਿਉਂ ਉੱਤਮ ਹੈ? ਕਿਉਂ ਉੱਤਮ ਹੈ?
ਕਿ ਇਸ ਲਈ ਕਿ ਮਨੁੱਖ ਕੋਲੇ ਸਰੀਰ ਹੈ। ਬਈ ਸਰੀਰ ਸਾਰਿਆਂ ਕੋਲੇ ਹੈ। ਜਿਸ ਨੂੰ ਪਰਮਾਤਮਾ ਨੇ ਜਿਹੋ ਜਿਹਾ ਸਰੀਰ ਦਿੱਤਾ ਹੈ, ਉਹ ਸਰੀਰ ਸਾਰਿਆਂ ਕੋਲ ਹੀ ਹੈ। ਕਿ ਮਨੁੱਖ ਇਸ ਲਈ ਸਰਵੋਪਰੀ ਹੈ ਕਿ ਮਨੁੱਖ ਜਿਹੜਾ ਹੈ ਆਪਣੇ ਬੱਚੇ ਜਿਹੜੇ ਹੈ ਉਹ ਪੈਦਾ ਕਰਕੇ ਪਾਲਦਾ। ਬਈ ਹਰ ਕੋਈ ਆਪਣੇ ਬੱਚੇ ਪੈਦਾ ਕਰਦਾ ਤੇ ਹਰ ਕੋਈ ਪਾਲਦਾ ਜਿੰਨੀ ਕੁ ਪਰਮਾਤਮਾ ਨੇ ਕਿਸੇ ਨੂੰ ਸਮਰੱਥਾ ਦਿੱਤੀ ਹੈ। ਕੋਈ ਮਹਿਲਾਂ 'ਚ ਪਾਲ ਲੈਂਦਾ, ਕੋਈ ਝੁੱਗੀਆਂ 'ਚ ਪਾਲ ਲੈਂਦਾ, ਕੋਈ ਆਲਣਿਆਂ 'ਚ ਪਾਲ ਲੈਂਦਾ ਤੇ ਕੋਈ ਘੁਰਨਿਆਂ 'ਚ ਪਾਲ ਲੈਂਦਾ, ਕੋਈ ਝਾੜੀਆਂ 'ਚ ਪਾਲ ਲੈਂਦਾ। ਜਿੰਨੀ ਕੁ ਪਰਮਾਤਮਾ ਨੇ ਕਿਸੇ ਨੂੰ ਤਾਕਤ ਦਿੱਤੀ ਹੈ ਨਾ, ਉਹਦੇ ਹਿਸਾਬ ਦੇ ਨਾਲ ਹਰ ਕੋਈ ਆਪਣੇ ਬੱਚੇ ਪੈਦਾ ਕਰਕੇ ਉਹਨਾਂ ਦੀ ਪਾਲਣਾ ਕਰਦਾ ਹੈ। ਕਿ ਇਸ ਲਈ ਸਰਵੋਪਰੀ ਹੈ ਕਿ ਮਨੁੱਖ ਸੰਘਰਸ਼ ਕਰਕੇ ਖਾਂਦਾ। ਕਿਹੜੀ ਜੋਨ ਹੈ ਜਿਹੜੀ ਸੰਘਰਸ਼ ਕਰਕੇ ਨਹੀਂ ਖਾਂਦੀ? ਕਿਹੜੀ ਜੋਨ ਹੈ ਜਿਹੜੀ ਸੰਘਰਸ਼ ਕਰਕੇ ਨਹੀਂ ਖਾਂਦੀ? ਚਿੜੀਆਂ ਨੂੰ ਆਪਣਾ ਚੋਗਾ ਚੁਗਣ ਵਾਸਤੇ ਆਪਣੇ ਆਲਣੇ ਤੋਂ ਸਵੇਰੇ ਸਫ਼ਰ ਸ਼ੁਰੂ ਕਰਨਾ ਪੈਂਦਾ ਸ਼ਾਮ ਤੱਕ, ਫਿਰ ਜਾ ਕੇ ਉਹ ਆਪਣਾ ਤੇ ਆਪਣੇ ਬੱਚਿਆਂ ਦਾ ਜਿਹੜਾ ਹੈ ਨਾ ਉਹ ਪੇਟ ਭਰਦੀ। ਇਹ ਸੰਘਰਸ਼ ਹੀ ਹੈ। ਜਾਨਵਰਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਆਪਣੀ ਉਪਜੀਵਕਾ ਲਈ, ਪੰਛੀਆਂ ਨੂੰ ਸੰਘਰਸ਼ ਕਰਨਾ ਪੈਂਦਾ ਆਪਣੀ ਉਪਜੀਵਕਾ ਲਈ। ਤੇ ਜੇ ਕਿਸੇ ਨੂੰ ਅਸੀਂ ਬਣਿਆ ਬਣਾਇਆ ਮੂਹਰੇ ਰੱਖਦੇ ਆ ਨਾ, ਤੇ ਉਹ ਤਾਂ ਰੱਖਦੇ ਆ ਕਿਉਂਕਿ ਬਦਲੇ ਦੇ ਵਿੱਚ ਉਹ ਸਾਨੂੰ ਕੁਝ ਦਿੰਦਾ ਹੈ। ਜੇ ਗਾਂ ਦੇ ਅੱਗੇ ਅਸੀਂ ਪੱਠੇ ਪਾਉਨੇ ਆ ਨਾ ਕੁਤਰ ਕੇ, ਤੇ ਤਾਂ ਪਾਉਨੇ ਆ ਕਿ ਦੁੱਧ ਦਿੰਦੀ ਹੈ, ਮੱਝ ਦੁੱਧ ਦਿੰਦੀ ਹੈ। ਦੁੱਧ ਨਾ ਦੇਵੇ ਫਿਰ ਕੋਈ ਨਹੀਂ ਪਾਉਂਦਾ, ਰੱਸਾ ਲਾ ਦਿੰਦਾ। ਮਹਾਰਾਜ ਨੇ ਵੀ ਆਖਿਆ ਨਾ, ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਦੁੱਧੋਂ ਭੱਜੀ ਗਾਂ ਕਿਸੇ ਕੰਮ ਨਹੀਂ ਆਉਂਦੀ। ਜਲ ਬਿਨ ਸਾਖ, ਪਾਣੀ ਤੋਂ ਬਿਨਾਂ ਸਾਖ ਜਿਹੜੀ ਹੈ ਉਹ ਪੈਦਾ ਨਹੀਂ ਹੁੰਦੀ। ਤਾਂ ਕਹਿਣ ਦਾ ਮਤਲਬ ਹੈ ਕਿ ਹਰ ਜੋਨ ਜਿਹੜੀ ਹੈ ਉਹ ਸੰਘਰਸ਼ ਕਰਦੀ ਹੈ, ਹਰ ਜੋਨ ਘਰ ਬਣਾਉਂਦੀ ਹੈ, ਹਰ ਜੋਨ ਆਪਣੇ ਬੱਚੇ ਪੈਦਾ ਕਰਦੀ ਹੈ, ਹਰ ਜੋਨ ਆਪਣੇ ਬੱਚੇ ਪਾਲਦੀ ਹੈ। ਇਹ ਮਨੁੱਖ ਸਰਵੋਪਰੀ ਕਿਵੇਂ ਹੈ? ਮਨੁੱਖ ਇਸ ਕਰਕੇ ਸਰਵੋਪਰੀ ਹੈ ਕਿ ਮਨੁੱਖ ਨੂੰ ਪਰਮੇਸ਼ਵਰ ਨੇ ਵਿਵੇਕ ਜਿਹੜਾ ਹੈ ਉਹ ਸਭ ਤੋਂ ਵੱਧ ਬਖਸ਼ਿਆ। ਸਭ ਤੋਂ ਵੱਧ ਵਿਵੇਕ। ਵਿਵੇਕ ਕੀ ਹੁੰਦਾ ਹੈ? ਵਿਵੇਕ ਹੁੰਦਾ ਹੈ ਸੋਚਣ ਸਮਝਣ ਦਾ, ਨਿਰਣਾ ਕਰਨ ਦੀ ਸਮਰੱਥਾ। ਸੋਚਣ ਸਮਝਣ ਦਾ, ਨਿਰਣਾ ਕਰਨ ਦੀ ਤਾਕਤ। ਕੀ ਚੰਗਾ ਹੈ ਕੀ ਮਾੜਾ, ਇਹ ਨਿਰਣਾ ਕਰਨ ਦੀ ਜਿਹੜੀ ਸਮਰੱਥਾ ਹੈ ਨਾ, ਸਭ ਤੋਂ ਵੱਧ ਮਨੁੱਖ ਕੋਲੇ ਹੈ। ਤੇ ਜੇ ਮਨੁੱਖ ਇਸ ਦਾ ਇਸਤੇਮਾਲ ਨਹੀਂ ਕਰਦਾ, ਫਿਰ ਉਹ ਪਸ਼ੂ ਬਰਾਬਰ ਹੈ। ਇਹ ਪਸ਼ੂ ਹੁੰਦਾ ਨਾ, ਉਹਨੂੰ ਕੀ ਪਤਾ ਕਿ ਇਹ ਜਿਹੜੀ ਕਣਕ ਹੈ ਗਿੱਠ ਗਿੱਠ ਦੋ ਦੋ ਗਿੱਠ ਇਹ ਕਿਸੇ ਜ਼ਿਮੀਂਦਾਰ ਨੇ ਬੀਜੀ ਹੈ, ਪੁੱਤਾਂ ਵਾਂਗੂ ਉਹਨੂੰ ਪਾਲ ਰਿਹਾ। ਪਸ਼ੂ ਉਸ ਖੇਤ 'ਚ ਵੜ ਜਾਂਦਾ ਹੈ, ਖਾਂਦਾ ਘੱਟ ਹੈ, ਉਜਾੜਾ ਬਾਹਲਾ ਕਰਦਾ, ਕਿਉਂਕਿ ਉਹਨੂੰ ਪਤਾ ਨਹੀਂ ਹੈ ਕਿ ਇਸ ਫਸਲ ਦੇ ਉੱਤੇ ਮੇਰਾ ਹੱਕ ਹੈ ਜਾਂ ਨਹੀਂ ਹੈ, ਕਿਉਂਕਿ ਉਹਦੇ ਕੋਲ ਵਿਵੇਕ ਨਹੀਂ ਹੈ ਇੰਨਾ। ਪਰ ਜੇ ਮਨੁੱਖ ਵੀ ਗੁਰੂ ਪਿਆਰਿਓ ਬਿਨਾਂ ਸੋਚੇ ਸਮਝਿਆ ਜਿਹੜੀ ਚੀਜ਼ ਤੇ ਅਧਿਕਾਰ ਨਹੀਂ ਹੈ ਉਹਨੂੰ ਹਾਸਲ ਕਰਨ ਦਾ ਯਤਨ ਕਰਦਾ, ਤੇ ਫਿਰ ਮਨੁੱਖ ਤੇ ਪਸ਼ੂ 'ਚ ਕੋਈ ਫਰਕ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਮਹਾਰਾਜ ਨੇ ਕਿਹਾ ਵੀ ਹੈ ਬਾਣੀ 'ਚ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਿਉਂ ਕਿਹਾ ਮਹਾਰਾਜ ਨੇ? ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਮ ਪਸ਼ੂਆਂ ਵਾਲੇ, ਜਾਤ ਮਨੁੱਖ ਦੀ ਹੈ। ਫਿਰ ਉਹਨੂੰ ਮਨੁੱਖ ਕਿਹਾ ਜਾ ਸਕਦਾ ਜਿਹਦੇ ਕਰਮ ਪਸ਼ੂਆਂ ਵਾਲੇ, ਕਰਮ ਜਾਨਵਰਾਂ ਵਾਲੇ ਨੇ, ਕੀ ਉਹਨੂੰ ਮਨੁੱਖ ਕਿਹਾ ਜਾ ਸਕਦਾ? ਮਨੁੱਖ ਕੋਲ ਵਿਵੇਕ ਹੈ, ਮਨੁੱਖ ਇਹ ਸਮਝ ਸਕਦਾ ਹੈ ਕਿ ਮੇਰਾ ਜਿਹੜਾ ਮੂਲ ਹੈ, ਮੇਰੀ ਜਿਹੜੀ ਜੜ ਹੈ, ਇਹ ਈਸ਼ਵਰ ਹੈ ਤੇ ਮੈਂ ਉਹਦੇ ਤੱਕ ਪਹੁੰਚਣਾ ਹੈ। ਰੋਜ਼ ਪੜ੍ਹਦੇ ਆ, ਐ ਭਾਈ ਜਨਮ ਬਿਰਥਾ ਜਾਤ ਰੰਗ ਮਾਇਆ ਕਾ ਹੈ। ਤੇਰਾ ਜਿਹੜਾ ਜਨਮ ਹੈ ਉਹ ਬਿਰਥਾ ਜਾ ਰਿਹਾ ਹੈ ਮਾਇਆ ਦੇ ਰੰਗਾਂ ਦੇ ਵਿੱਚ। ਮਾਇਆ ਦੇ ਰੰਗਾਂ ਦੇ ਵਿੱਚ ਤੇਰਾ ਜਿਹੜਾ ਜਨਮ ਹੈ ਉਹ ਅਜਾਈ ਜਾ ਰਿਹਾ ਹੈ, ਬਿਰਥਾ ਜਾ ਰਿਹਾ ਹੈ। ਇਸ ਕਰਕੇ ਇਹਨਾਂ ਅਸੀਂ ਗੁਰਮੁਖਾਂ ਦਾ, ਇਹਨਾਂ ਅਸੀਂ ਮਹਾਂਪੁਰਖਾਂ ਦਾ ਅੱਜ ਯਾਦ ਦੇ ਵਿੱਚ ਸਮਾਗਮ ਕਰ ਰਹੇ ਹਾਂ। ਕਿਉਂ? ਕਿਉਂਕਿ ਇਹਨਾਂ ਨੇ ਰੱਬ ਦੀ ਗੱਲ ਕੀਤੀ ਹੈ, ਵਾਹਿਗੁਰੂ ਦੀ ਗੱਲ ਕੀਤੀ ਹੈ, ਈਸ਼ਵਰ ਦੀ ਗੱਲ ਕੀਤੀ। ਜਿੱਥੇ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਦਾ, ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਅਨਹਦ ਰਾਜਵੀਰ ਸਿੰਘ ਜੀ,
ਜਿਹੜੇ ਇਸ ਅਸਥਾਨ ਦੀ ਸੇਵਾ ਸੰਭਾਲ ਰਹੇ ਨੇ। ਅਰਦਾਸ ਹੈ ਵਾਹਿਗੁਰੂ ਇਹਨਾਂ ਨੂੰ ਤਾਕਤ ਬਖਸ਼ੇ, ਸਮਰੱਥਾ ਬਖਸ਼ੇ। ਇਸੇ ਤਰ੍ਹਾਂ ਹੀ ਜਿਵੇਂ ਬਾਬਾ ਜਸਵੰਤ ਸਿੰਘ ਜੀ ਸੇਵਾ ਕਰਦੇ ਰਹੇ ਨੇ, ਉਸੇ ਤਰ੍ਹਾਂ ਹੀ ਸ਼ਿੱਦਤ ਨਾਲ ਇਹ ਸੇਵਾ ਕਰਦੇ ਰਹਿਣ। ਬਹੁਤ ਬਹੁਤ ਧੰਨਵਾਦ। ਬਹੁਤ ਸਤਿਕਾਰਤ ਹਸਤੀਆਂ ਬੈਠੀਆਂ ਨੇ, ਸਭ ਦਾ ਹੀ ਤਹਿ ਦਿਲੋਂ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਜਿਨ੍ਹਾਂ ਨੇ ਅਨਮੋਲ ਵਿਚਾਰਾਂ ਦੁਆਰਾ ਆਪ ਸੰਗਤਾਂ ਦੇ ਨਾਲ ਅਨਮੋਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਪੰਥ ਦੀਆਂ ਮਹਾਨ ਸ਼ਖਸੀਅਤਾਂ, ਗੁਰਮੁਖ ਪਿਆਰੇ ਸੰਤ ਮਹਾਤਮਾ ਜਨ, ਗੁਰੂ ਕੇ ਕੀਰਤਨੀय ਵਿਦਵਾਨ ਮਹਾਰਾਜ ਜੀ ਦੇ ਹਜ਼ੂਰ ਪਹੁੰਚੇ ਹੈ। ਜਿਤਨੇ ਵੀ ਕਦਮ ਚੱਲ ਕੇ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਪ੍ਰੇਮ ਭਰੇ ਸੱਦੇ ਨੂੰ ਪ੍ਰਵਾਨ ਕਰਦੇ ਆ, ਦਰਸ਼ਨ ਦੀਦਾਰ ਬਖਸ਼ਣ ਵਾਸਤੇ ਸੰਗਤਾਂ ਵਿੱਚ ਹਾਜ਼ਰ ਹੋਏ। ਸਭ ਤੋਂ ਪਹਿਲਾਂ ਸਾਰੇ ਹੀ ਸਤਿਕਾਰਤ ਮਹਾਂਪੁਰਖਾਂ ਦਾ, ਵਿਦਵਾਨ ਸੱਜਣ ਗੁਰਮੁਖ ਜਨਾਂ ਦਾ ਬਹੁਤ ਬਹੁਤ ਧੰਨਵਾਦ। ਸਭਨਾਂ ਨੂੰ ਜੀਓ ਆਇਆਂ ਜੀ। ਸੋ ਹੁਣ ਬੇਨਤੀ ਹੈ ਕਿ ਮਹੰਤ ਕਰਮਜੀਤ ਸਿੰਘ ਜੀ, ਉਹ ਸੰਗਤਾਂ ਦੇ ਵਿੱਚ ਭਾਈ ਪਹੁੰਚੇ ਨੇ, ਮਹੰਤ ਕਰਮਜੀਤ ਸਿੰਘ ਜੀ ਜਮਨਾ ਨਗਰ ਵਾਲੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਕੁਝ ਸਮੇਂ ਲਈ। ਮਹੰਤ ਕਰਮਜੀਤ ਸਿੰਘ ਜੀ ਜਮਨਾ ਨਗਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਮਹਾਂਪੁਰਖ ਸੰਤ ਬਾਬਾ ਜਸਵੰਤ ਸਿੰਘ ਜੀ, ਤਿਨਾਂ ਦੇ ਪਾਵਨ ਯਾਦ ਵਿੱਚ ਸੰਤ ਅਨਹਦ ਰਾਜ ਸਿੰਘ ਜੀ, ਤਿਨਾਂ ਦੇ ਸੱਦੇ ਤੇ ਆਪ ਸੰਗਤਾਂ ਇਕੱਤਰ ਹੋਈਆਂ ਹੋ। ਸਿੰਘ ਸਾਹਿਬ ਜੀ ਨੇ ਬਹੁਤ ਵਧੀਆ ਵਚਨ ਕਿਹਾ। ਮੈਂ ਉਸ ਨੂੰ ਅੱਗੇ ਗੱਲ ਤੋਰਦਾ ਹਾਂ ਕਿ ਤੁਸੀਂ ਬਨਾਰਸ ਦੀ ਧਰਤੀ ਦੇ ਉੱਤੇ ਜਾਓ, ਉਸ ਇਲਾਕੇ ਦੇ ਆਲੇ ਦੁਆਲੇ ਦੇਖੋਗੇ, ਵੱਡੇ ਵੱਡੇ ਪਹਾੜਾਂ ਦੇ ਉੱਤੇ ਵੱਡੇ ਵੱਡੇ ਕਿਲੇ ਬਣੇ ਨੇ। ਉਹਨਾਂ ਕਿਲਿਆਂ ਦੀਆਂ ਦੀਵਾਰਾਂ ਵੀ ਟੁੱਟ ਚੁੱਕੀਆਂ ਨੇ ਤੇ ਕਿਲਿਆਂ ਦੇ ਵਿੱਚ ਦਰਖਤ ਵੀ ਉੱਗ ਚੁੱਕੇ ਨੇ। ਤੇ ਉਹਨਾਂ ਕਿਲਿਆਂ ਦੇ ਥੱਲੇ ਥਾਵਾਂ ਦੇ ਉੱਤੇ ਇੱਕ ਧਰਤੀ ਤੇ ਇੱਕ ਛਪਰੀ ਹੈ, ਇੱਕ ਕੁੱਲੀ ਹੈ, ਜਿੱਥੇ ਹਰ ਵੇਲੇ ਰੱਬ ਦਾ ਨਾਮ ਜਪਿਆ ਜਾਂਦਾ ਹੈ। ਧੂਪ, ਦੀਪ, ਕਿਰਤ, ਸਾਜ, ਆਰਤੀ ਦੇ ਸਲੋਗਨ ਪੜ੍ਹੇ ਜਾਂਦੇ ਨੇ। ਸੰਗਤਾਂ ਸ਼ਰਧਾ ਨਾਲ ਮੱਥਾ ਟੇਕਦੀਆਂ ਨੇ, ਪੂਜਾ ਅਰਚਨਾ ਭੇਟ ਕਰਦੀਆਂ ਨੇ। ਉੱਥੇ ਖੜ ਕੇ ਸਾਹਮਣੇ ਨਜ਼ਰ ਪੈਂਦੇ ਉਹਨਾਂ ਕਿਲਿਆਂ ਦੇ ਬਾਰੇ ਜੇ ਕੋਈ ਪੁੱਛੇ ਕਿ ਉਹ ਕਿਲਾ ਕਿਸ ਦਾ ਸੀ, ਕਹਿੰਦੇ ਨੇ ਕਿਸੇ ਰਾਜੇ ਦਾ ਸੀ। ਕਿ ਰਾਜਾ ਕਦੋਂ ਸੀ? ਕਹਿੰਦੇ ਰਾਜਾ ਉਦੋਂ ਸੀ ਜਦੋਂ ਭਗਤ ਕਬੀਰ ਹੋਇਆ, ਭਗਤ ਰਵਿਦਾਸ ਹੋਇਆ। ਤੇ ਕਹਿੰਦੇ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਨੇ? 100 ਸਾਲ ਨਹੀਂ, ਹਜ਼ਾਰਾਂ ਸਾਲਾਂ ਦੀ ਬਾਤ ਹੈ। ਕਹਿੰਦੇ ਨੇ ਰਾਜੇ ਦਾ ਨਾਂ ਕੀ ਸੀ? ਕਹਿੰਦੇ ਨਹੀਂ ਪਤਾ। ਉਸ ਵੇਲੇ ਦੇ ਕੋਈ ਰਾਜੇ ਦੇ ਵਜ਼ੀਰ ਦਾ ਨਾਂ ਦੱਸ ਦਿਓ।
ਉਸ ਦੀ ਕੁੱਲ ਖਾਨਦਾਨ ਦਾ ਨਾਂ ਦੱਸ ਦਿਓ। ਕਹਿੰਦੇ ਨਹੀਂ ਪਤਾ। ਤੇ ਕਹਿੰਦੇ ਆ ਛੱਪਰੀ ਕਿਹਦੀ ਹੈ? ਕਹਿੰਦੇ ਰਵਿਦਾਸ ਦੀ। ਇਹ ਭਗਤ ਕਬੀਰ ਦੀ। ਕਹਿੰਦੇ ਇਹ ਕਦੋਂ ਹੋਇਆ? ਕਹਿੰਦੇ ਉਸ ਵਕਤ, ਉਸ ਵੇਲੇ ਹੋਇਆ। ਕਹਿਣ ਦਾ ਭਾਵ ਹਜ਼ਾਰਾਂ ਸਾਲ ਪਹਿਲਾਂ ਦੇ ਨਾਮ ਜਪਣ ਵਾਲਿਆਂ ਦੀ ਯਾਦ ਦਿਨੋਂ ਦਿਨ ਵੱਧਦੀ ਹੈ ਅਤੇ ਰਾਜ ਕਰਨ ਵਾਲਿਆਂ ਦੀ ਯਾਦ ਘਟਦੀ ਨਹੀਂ, ਅਲੋਪ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇੱਕ ਦਿਨ ਐਸਾ ਆਉਂਦਾ, ਕਹਿੰਦੇ ਨੇ 3 ਪੁਸ਼ਤਾਂ ਪਹਿਲਾਂ ਇਹ ਰਾਜਾ ਹੋਇਆ ਸੀ, ਇਹ ਸ਼ਾਸਕ ਹੋਇਆ ਸੀ, ਪਰ ਉਹਦਾ ਨਾਂ ਨਹੀਂ ਪਤਾ। ਤੇ ਜਦੋਂ ਕਿਸੇ ਮਹਾਂਪੁਰਖ ਦਾ ਦਿਨ ਮਨਾਉਂਦੇ ਆ, ਸਮਾਗਮ ਮਨਾਉਂਦੇ ਆ, ਕਹਿੰਦੇ ਨੇ ਬਾਬਾ ਜਸਵੰਤ ਸਿੰਘ ਜੀ ਅੱਜ ਦਿਨ ਮਨਾਇਆ, ਪਹਿਲਾ ਸਾਲ ਹੈ ਦੇ 100 ਸਾਲ ਬਾਅਦ ਅਸੀਂ ਕਿਸੇ ਨੇ ਨਹੀਂ ਹੋਣਾ। 100 ਸਾਲ ਬਾਅਦ ਵੀ ਉਹਨਾਂ ਦੀ ਯਾਦ ਉਸੇ ਤਰ੍ਹਾਂ ਮਨਾਈ ਜਾਣੀ ਹੈ। ਗ੍ਰਸਤੀ ਮਰਦੇ ਨੇ, ਸਿੰਘ ਸਾਹਿਬ ਕਹਿ ਕੇ ਗਏ ਨੇ, ਦੱਸ ਕੇ ਗਏ ਨੇ ਕਿ ਗ੍ਰਸਤੀ ਦੁਨੀਆ ਤੋਂ ਜਾਂਦੇ ਨੇ, ਜਿਵੇਂ ਜਿਵੇਂ ਸਾਲ ਵੱਧਦੇ ਨੇ ਯਾਦ ਘਟਦੀ ਹੈ। ਮਹਾਤਮਾ ਜਾਂਦੇ ਨੇ, ਜਿਵੇਂ ਜਿਵੇਂ ਦਿਨ ਵੱਧਦੇ ਨੇ, ਸਾਲ ਵੱਧਦੇ ਨੇ, ਯਾਦ ਵੱਧਦੀ ਹੈ। ਕਿਹਨਾਂ ਦੀ ਵੱਧਦੀ ਹੈ? ਜਿਨ੍ਹਾਂ ਨੇ ਤੁਹਾਨੂੰ ਰੱਬ ਨਾਲ ਜੋੜਿਆ, ਜਿਨ੍ਹਾਂ ਨੇ ਤੁਹਾਨੂੰ ਬੰਦਗੀ ਨਾਲ ਜੋੜਿਆ, ਜਿਨ੍ਹਾਂ ਨੇ ਤੁਹਾਨੂੰ ਉਸ ਮਾਲਕ ਦੇ ਦਰਸ਼ਨ ਦੀਦਾਰ ਕਰਾਏ ਨੇ, ਜਿਨ੍ਹਾਂ ਨੇ ਦੱਸਿਆ ਕਿ ਰੱਬ ਦਾ ਨਾਮ ਦੁਨੀਆ 'ਚ ਕਰਨ ਕੀ ਆਏ ਹੋ, ਦੁਨੀਆ 'ਚ ਲੈਣ ਕੀ ਆਏ ਹੋ, ਦੁਨੀਆ 'ਚ ਆਉਣ ਦਾ ਮਨੋਰਥ ਤੁਹਾਡਾ ਕੀ ਹੈ, ਉਹਨਾਂ ਦੀ ਯਾਦ ਹੁੰਦੀ ਹੈ। ਤਾਂ ਹੀ ਕਿਸੇ ਸਿਆਣੇ ਨੇ ਕਿਹਾ ਹੈ, ਸਾਚੋ ਉਪਦੇਸ਼ ਦੇਤ, ਭਲੀ ਭਲੀ ਸੀਖ ਦੇਤ, ਸਮਤਾ ਸਬੁੱਧੀ ਦੇਤ, ਕਮਤ ਕੋ ਹਰਤ ਹੈ। ਗਿਆਨ ਦੇਤ, ਧਿਆਨ ਦੇਤ, मार्ग बताए देत, सच को बताए देत, सच में मिलाए देत, समत भरत है, सुंदर कहत जग संत कछ देत ना है। सुंदर कवि कहंदा, लोकी कहंदे ने संत की दिंदा है, संत की देगा। अज दे समय विच भी किया जाता है, संत की दिंदा है, संत की कर सकता है। गुरु के प्यारे हो, जो संत कर सकता है कोई भी नहीं कर सकता। बड़िया बड़िया सरकारां नहीं कर सकदियां, बड़े बड़े शासक नहीं कर सकते, और बड़े बड़े धनाड़ नहीं कर सकते, जेड़े संत कर सकते हैं। कहते ने सुंदर कहत संत कछ देत ना है, लेकिन निस दिन संत जन देवो ही करत है। संत तो रोजाना ही कुछ ना कुछ दे रहे है, कुछ ना कुछ वंड रहे है, कुछ ना कुछ समझा रहे है। यह साधु दी करनी। संत बाबा जसवंत सिंह जी महाराज ऐसे महान साधु होए ने, ऐसे महान सेवक होए ने, सेवादार होए ने, और ऐसे महान कंक्रीट वर्क कौम लई उन्होंने कीते ने, समाज लई कीते ने, लुकाई लई कीते ने, जिहड़ा कोई सोच भी नहीं सकता। मैं पिछले दिनी किसी कारज वर्ष महापुरखों के दर्शन करने आया सी, ते इन्होंने हॉस्पिटल दिखाए, BDS हॉस्पिटल दिखाए, वड्डे हॉस्पिटल बन रहे हैं। सोच ही नहीं सकता कोई।
ਔਰ ਅੱਜ ਦੇ ਸਮੇਂ ਵਿੱਚ ਹਸਪਤਾਲਾਂ ਲਈ ਸੋਚਣਾ ਤਾਂ ਬਹੁਤ ਔਖੀ ਗੱਲ ਹੈ, ਲੇਕਿਨ ਇੰਨੇ ਵੱਡੇ ਹਸਪਤਾਲ, ਐਡੇ ਵੱਡੇ ਸਮਾਜ ਸੇਵਾ ਦੇ ਕਾਰਜ ਮਹਾਂਪੁਰਖ ਨੇ ਕੀਤੇ ਨੇ, ਆਰੰਭ ਕੀਤੇ ਨੇ। ਔਰ ਸਾਧੂ ਦੀ ਇੱਕ ਸਭ ਤੋਂ ਵੱਡੀ ਕਲਾ ਹੈ, ਕਹਿੰਦੇ ਨੇ ਸੰਤ ਦੀ ਕਲਾ ਕਦੋਂ ਸਮਝ ਆਉਂਦੀ ਹੈ, ਕਦੋਂ ਪਤਾ ਲੱਗਦੀ ਹੈ? ਜਦੋਂ ਸੰਤ ਦੇ ਜਾਣ ਤੋਂ ਬਾਅਦ ਉਹਨਾਂ ਦਾ ਜਾਨ ਨਸ਼ੀਨ ਉਹਨਾਂ ਤੋਂ ਵੱਧ ਕੇ ਕਾਰਜ ਕਰੇ, ਉਹਨਾਂ ਦੇ ਨਾਮ ਨੂੰ ਚਾਰ ਚੰਨ ਲਗਾ ਦੇਵੇ, ਉਹਨਾਂ ਦੇ ਨਾਮ ਨੂੰ ਹੋਰ ਉੱਚਾ ਕਰ ਦੇਵੇ, ਤੇ ਸਮਝ ਲੈਣਾ ਸੰਤ ਦੀ ਕਮਾਈ ਬਹੁਤ ਵੱਡੀ ਸੀ। ਸੋ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਸਿੰਘ ਸਾਹਿਬ ਜੀ ਆਏ ਨੇ, ਆਪ ਪਿਆਰੇ ਮਹਾਂਪੁਰਖ ਜਿਹੜੇ ਸਾਰੇ ਮਹਾਂਪੁਰਖਾਂ ਨਾਲ ਪਿਆਰ ਕਰਦੇ ਸੀ, ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਬੈਠੀਆਂ ਹਨ। ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਸਿੰਘ ਸਾਹਿਬ ਜੀ ਨੂੰ। ਸੰਤ ਬਾਬਾ ਜਸਵੰਤ ਸਿੰਘ ਜੀ, ਜਿਨ੍ਹਾਂ ਦੀ ਘਾਲਣਾ ਕਿਸੇ ਨਾਲੋਂ ਘੱਟ ਨਹੀਂ ਸੀ, ਉਹ ਛੁਪੀ ਹੋਈ ਰੂਹ ਸੀ। ਜਿੱਥੇ ਵੀ ਕਿਤੇ ਜਾਂਦੇ ਸੀ ਅੱਗੇ ਹੁੰਦੇ ਹੀ ਨਹੀਂ ਸੀ, ਪਿੱਛੇ ਰਹਿ ਕੇ। ਮੇਰੀ ਬੇਨਤੀ ਹੈ, ਅਸੀਂ ਕਹਿੰਦੇ ਹਾਂ ਪੰਥ ਦੇ ਸੇਵਾਦਾਰ ਨੇ, ਇਹ ਗ੍ਰੰਥ ਦੇ ਸੇਵਾਦਾਰ ਨੇ, ਇਹ ਗੁਰੂ ਨਾਲ ਸੰਗਤਾਂ ਨੂੰ ਜੋੜ ਕੇ ਵੀ ਗਏ ਨੇ ਤੇ ਅੱਗੋਂ ਵੀ ਜੋੜਦੇ ਰਹਿਣਗੇ। ਮੇਰੀ ਬੇਨਤੀ ਹੈ ਸਿੰਘ ਸਾਹਿਬ ਜੀ ਨੂੰ ਕਿ ਸ੍ਰੀ ਅਕਾਲ ਤਖਤ ਸਾਹਿਬ, ਸੰਗਤਾਂ ਨੇ ਬੜਾ ਮਾਣ ਦਿੱਤਾ ਇਹਨਾਂ ਨੂੰ, ਬਹੁਤ ਵੱਡੀਆਂ ਵਡਿਆਈਆਂ ਦਿੱਤੀਆਂ। ਸੰਗਤਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਹੈ ਸੰਤ ਬਾਬਾ ਜਸਵੰਤ ਸਿੰਘ ਜੀ ਨੇ, ਦਿਲਾਂ ਵਿੱਚ। ਮੇਰੀ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਵੀ ਸੰਤ ਬਾਬਾ ਜਸਵੰਤ ਸਿੰਘ ਜੀ ਨੂੰ ਸਨਮਾਨ ਦਿੱਤਾ ਜਾਏ। ਉਹਨਾਂ ਦੀ ਸਰੂਪ ਤਸਵੀਰ ਸ਼੍ਰੋਮਣੀ ਅਜਾਇਬ ਘਰ ਦੇ ਵਿੱਚ ਸ਼ੋਭਿਤ ਕੀਤੀ ਜਾਏ। ਚਾਵਲਾ ਸਾਹਿਬ ਤੁਸੀਂ ਵੀ ਬੈਠੇ ਹੋ, ਤੁਹਾਡੀ ਵੀ ਹਜ਼ੂਰੀ ਹਾਜ਼ਰੀ ਹੈ। ਸਾਧ ਸੰਗਤ ਜੀ ਸਾਰੇ ਜਕਾਰਾ ਛੱਡੋ ਇੱਕ ਵਾਰੀ। ਬੋਲੇ ਸੋ ਨਿਹਾਲ। ਆਉਣ ਵਾਲੇ ਦਿਨਾਂ ਵਿੱਚ ਜੋ ਇਹ ਸਾਡੇ ਨੌਜਵਾਨ ਮਹਾਂਪੁਰਖ ਜਿਨ੍ਹਾਂ ਨੂੰ ਇਹ ਸੇਵਾ ਦਿੱਤੀ ਗਈ ਹੈ, ਜੋ ਬਾਬਾ ਜੀ ਦੇ ਉੱਤਰਾਧਿਕਾਰੀ ਹਨ ਔਰ ਦੁਨੀਆ ਦੀਆਂ ਵੱਡੀਆਂ ਪੜ੍ਹਾਈਆਂ ਕੀਤੀਆਂ ਹਨ, ਨਾਂ ਹੈ ਡਾਕਟਰ ਅਨਹਦ ਰਾਜ ਸਿੰਘ, ਤੇ ਮਹਾਂਪੁਰਖਾਂ ਨੇ ਨਾਲ ਸੰਤ ਜੋੜ ਦਿੱਤਾ। ਤੇ ਇਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਉਹ ਕਾਰਜ ਕੀਤੇ ਜਾਣਗੇ ਜਿਹੜੇ ਕਾਰਜ ਪੰਥ ਇਹਨਾਂ ਨੂੰ ਸਲੂਟ ਕਰੇਗੀ। ਵੱਡੇ ਕੰਮ ਦੀਆਂ ਪੁਲਾਂਘਾਂ ਪੁੱਟ ਰਹੇ ਹਨ। ਮੇਰੀ ਸਿੰਘ ਸਾਹਿਬ ਜੀ ਨੂੰ ਇਹ ਬੇਨਤੀ ਹੈ, ਬਾਬਾ ਜੀ ਵੀ ਨਹੀਂ ਕਹਿ ਕੇ ਗਏ, ਇਹ ਵੀ ਨਹੀਂ ਕਹਿੰਦੇ। ਮੈਂ ਕਿਹਾ ਮੈਂ ਕਹਿਣਾ ਚਾਹੁੰਦਾ ਇਹ ਮੇਰੀ ਬੇਨਤੀ ਹੈ ਤੇ ਆ ਸਾਰੀਆਂ ਸੰਗਤਾਂ ਦੀ, ਬਾਬਾ ਜੀ ਦੇ ਪਿਆਰ ਵਾਲਿਆਂ ਦੀ, ਕਿ ਬਾਬਾ ਜੀ ਦੀ ਸਰੂਪ ਤੇ ਸਨਮਾਨ ਵਿਸ਼ੇਸ਼ ਕਰਕੇ ਅਕਾਲ ਤਖਤ ਸਾਹਿਬ ਤੋਂ ਜ਼ਰੂਰ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ। ਸੋ ਬਹੁਤ ਬਹੁਤ ਧੰਨਵਾਦ ਮਹੰਤ ਕਰਮਜੀਤ ਸਿੰਘ ਜੀ ਜਮਨਾ ਨਗਰ ਵਾਲੇ, ਜਿਨ੍ਹਾਂ ਨੇ ਅਨਮੋਲ ਵਿਚਾਰਾਂ ਦੁਆਰਾ ਆਪ ਸੰਗਤਾਂ ਨਾਲ ਸਾਂਝ ਪਾਈ ਹੈ। ਸੋ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕਰੇਗਾ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਆਂ ਨੂੰ ਭਾਈ ਅਨਹਦ ਰਾਜ ਸਿੰਘ ਜੀ ਗੁਰੂ ਘਰ ਵੱਲੋਂ ਭਾਈ ਸਨਮਾਨ ਬਖਸ਼ਿਸ਼ ਕਰਨਗੇ। ਸੋ ਬੇਨਤੀ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ। ਨਾਲ ਹੀ ਮਹੰਤ ਕਰਮਜੀਤ ਸਿੰਘ ਜੀ ਜਮਨਾ ਨਗਰ ਵਾਲੇ
ਮਹਾਂਪੁਰਖ ਉਹਨਾਂ ਨੂੰ ਸਤਿਕਾਰ ਦੇਣਗੇ। ਬੇਨਤੀ ਹੈ ਸੰਤ ਰਣਜੀਤ ਸਿੰਘ ਜੀ ਜੋ ਡੇਰਾ ਸੰਤਪੁਰ ਲਹਿਲਪੁਰੀ ਵਾਲੇ, ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਣਾ। ਮਹੰਤ ਕਰਮਜੀਤ ਸਿੰਘ ਜੀ ਜਮਨਾ ਨਗਰ ਵਾਲੇ, ਉਹਨਾਂ ਨੂੰ ਵੀ ਮਹਾਂਪੁਰਖ ਸਨਮਾਨ ਬਖਸ਼ਿਸ਼ ਕਰਨਗੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੰਤ ਰਣਜੀਤ ਸਿੰਘ ਜੀ ਡੇਰਾ ਸੰਤਪੁਰ ਲਹਿਲਪੁਰੀ ਵਾਲੇ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਮਹਾਂਪੁਰਖਾਂ ਪਾਸੋਂ ਆ ਕੇ ਉਹ ਸਨਮਾਨ ਪ੍ਰਾਪਤ। ਜੀ ਕਹਿੰਦੇ ਨੇ ਵੀ ਉੱਠ ਕੇ ਬਹਿ ਤੇ ਬਹਿ ਕੇ ਜਾਗ, ਕਬੀਰ ਸੋਤਾ ਕਿਆ ਕਰੇ, ਬੈਠਾ ਰਹੋ ਅਰ ਜਾਗ। ਪੁੱਛ ਲਿਆ ਵੀ ਬੈਠ ਗਿਆ ਤੇ ਫਿਰ ਜਾਗਣ ਦੀ ਹਾਲੀ ਲੋੜ ਰਹਿ ਗਈ। ਕਹਿਣ ਲੱਗੇ ਨਹੀਂ, ਬੈਠੇ ਹੋਏ ਵੀ ਸੁੱਤੇ ਹੁੰਦੇ ਨੇ, ਬੈਠੇ ਵੀ ਸਾਵਧਾਨ ਚਾਹੀਦਾ। ਜਾਂ ਕੈ ਸੰਗ ਤੇ ਵਿਛੜਾ ਤਾਂ ਹੀ ਕੇ ਸੰਗ ਲਾਗ ਕੇ, ਜੇ ਕਹਿੰਦੇ ਜਾਗਣਾ ਪਏਗਾ ਦਾਤ ਤਾਂ ਮਿਲੇਗੀ। ਬਾਬਾ ਫਰੀਦ ਕਹਿੰਦੇ ਅੰਮ੍ਰਿਤ ਵੇਲੇ ਜਾਗਣਾ ਪਏਗਾ ਦਾਤ ਤਾਂ ਮਿਲੇਗੀ। ਗੱਲਾਂ ਦੋਵੇਂ ਹੀ ਸੱਚੀਆਂ। ਤੇ ਗੁਰਦੇਵ ਕਹਿੰਦੇ ਨੇ ਇੱਕ ਗੱਲ ਹੋਰ ਬਰੀਕੀ ਦੀ, ਇਹ ਵੀ ਨਾ ਭੁੱਲ ਜਾਇਓ, ਜੇ ਜਾਗਣ ਦਾ ਅਭਿਮਾਨ ਹੋ ਗਿਆ ਨਾ, ਜੇ ਜਾਗਣ ਦੀ ਗੱਲ ਆ ਗਈ ਤੇ ਗੱਲ ਉੱਥੇ ਵੀ ਨਹੀਂ ਜੇ ਬਣਨੀ। ਮਨ ਵਿੱਚ ਇਹ ਨਾ ਆਏ ਇਹ 11 ਵਜੇ ਉੱਠਣ ਵਾਲਾ ਹੈ, ਮੈਂ 4 ਵਜੇ ਉੱਠਣ ਵਾਲਾ, ਇਹ ਵੀ ਗੱਲ ਨਹੀਂ ਚਾਹੀਦੀ। ਉਹਨਾਂ ਨੇ ਕਿਹਾ ਗੱਲ ਕਿੱਥੇ ਮੁੱਕਦੀ ਹੈ ਸਾਧਕ ਦੀ? ਸਾਰੀ ਸਾਧਨਾ ਕਰਦਾ ਹੈ, ਕਮਾਈ ਕਰਦਾ, ਨਾਮ ਜਪਦਾ ਤੇ ਅਖੀਰ ਤੇ ਆਪਣੇ ਪ੍ਰਸ਼ਾਰਥ ਨੂੰ ਆਪਣੇ ਚੇਤੇ ਵਿੱਚ ਨਹੀਂ ਆਉਣ ਦਿੰਦਾ। ਉਹ ਸਗੋਂ ਇਹੀ ਗੱਲ ਚੇਤੇ ਵਿੱਚ ਰੱਖਦਾ ਵੀ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ, ਤਿਸ ਨਾਲ ਇੱਕ ਜਗਨ ਦੇ ਨਾਂ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ। ਕਹਿੰਦੇ ਰੱਬ ਦੀਆਂ ਦਾਤਾਂ ਨੇ, ਕੀ ਪਤਾ ਹੈ ਕਈਆਂ ਨੂੰ ਸੁੱਤਿਆਂ ਨੂੰ ਉਠਾ ਕੇ ਦਾਤਾਂ ਬਖਸ਼ ਦਿੰਦਾ। ਸਾਧਨਾ ਵਿੱਚ ਨਾਮ ਦੀ ਕਮਾਈ ਕਰਦੇ 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 ਸਾਧੂ ਇਹਨਾਂ ਆਪਣੇ ਆਪ ਨੂੰ ਮਿਟਾ ਦਿੰਦੇ ਨੇ। ਪਿੱਛੇ ਕੀ ਰਹਿ ਜਾਂਦਾ ਹੈ? ਪਿੱਛੇ ਕੀ ਰਹਿ ਜਾਂਦਾ ਜਦੋਂ ਮਿਟ ਜਾਂਦੇ ਨੇ? ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ ਕੋਈ ਵੀ ਨਹੀਂ ਹੈ। तो बाबा जसवंत सिंह जी होरां ने बड़ी नाम की कमाई की और नाल नाल हॉस्पिटल तैयार किए जिन्हां विच असीं अपनी शरीर की बिरथा का इलाज करवा सकते। महापुरुषों ने अपने जीवन विच देखो व्हील चेयर ते रहिंदियां होयां भी उन्होंने बहुत ज़्यादा पुरुषार्थ किया, बड़िया सेवावां निभाइयां। उन्हां बारे जिन्ने शब्द कह लीए थोड़े ने। सतगुरु मेहर करन उन्हां दे इस लाए हुए बगीचे नूं अज साडे सत्कारयोग भाई अनहद राज सिंह जी बड़े प्यार नाल सिंच रहे ने। ते अरदास यही करांगा कि पातशाह जो महापुरुषों तो तुसां ने अपने सिक्खी दे बगीचे दी सेवा लई, ये सेवा अपने अनुयायी भाई अनहद राज सिंह तो चढ़दी कला नाल इसे तरह लेंदे रहन। सतगुरु मेहर करन, गरीब आवाज कृपा करन, इन्हां दे सिर ते मेहर भरिया हथ रखन। स्टेज ते बहुत प्यारियां शख्सियतां बाबा गुरदेव सिंह जी शहीदी बाग वाले, बाबा बलदेव सिंह जोगेवाल महापुरुष, बाबा हरभजन सिंह जी, बाबा मनमोहन सिंह जी बारन वाले, बाबा भगत सिंह जी ढक्की वाले यानी सुखदेव सिंह जी और होर सारिया शख्सियतां बड़े प्यार नाल पहुंचिया ने। सब ने आप जी तो विचारां साझियां करनियां ने। आप जी नाल दास नूं इत्थे खिमा बख्शिश करियो, गलतियां भुलां दी खिमा, प्यार सहित फतेह गजावो जी। वाहिगुरू जी का खालसा, वाहिगुरू जी की फतेह। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਅਨਹਦ ਰਾਜ ਸਿੰਘ ਜੀ ਸਤਿਕਾਰਯੋਗ ਸੰਤ ਗਿਆਨੀ ਅਮੀਰ ਸਿੰਘ ਜੀ ਜਵਦੀ ਵਾਲੇ, ਉਹਨਾਂ ਦਾ ਸਤਿਕਾਰ ਕਰ ਰਹੇ ਨੇ। ਬੋਲੇ ਸੋ ਨਿਹਾਲ। ਨਾਲ ਹੀ ਬੇਨਤੀ ਕਰੀਏ ਸਨਮਾਨਯੋਗ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ਼੍ਰੀ ਅਨੰਦਪੁਰ ਸਾਹਿਬ ਵਾਲੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਮਹਾਂਪੁਰਖਾਂ ਤੋਂ ਆ ਕੇ ਮਹਾਰਾਜ ਜੀ ਆਪ ਜੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ। ਨਾਲ ਹੀ ਬੇਨਤੀ ਕਰਾਂ ਜੀ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਜੀ 96 ਕਰੋੜੀ ਬੁੱਢਾ ਦਲ, ਉਹਨਾਂ ਵੱਲੋਂ ਜਥੇ ਦੇ ਸਿੰਘ ਪਹੁੰਚੇ ਹਨ, ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਆਪਣਾ ਸਨਮਾਨ ਮਹਾਂਪੁਰਖਾਂ ਕੋਲੋਂ ਆ ਕੇ ਪ੍ਰਾਪਤ ਕਰੋ ਜੀ। ਸੰਤ ਬਾਬਾ ਭਗਵਾਨ ਸਿੰਘ ਜੀ ਬੇਗੋਵਾਲ ਰਾੜਾ ਸਾਹਿਬ ਵਾਲੇ, ਉਹਨਾਂ ਵੱਲੋਂ ਸੇਵਾਦਾਰ ਸਿੰਘ ਆਏ ਹਨ, ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣਾ ਸਨਮਾਨ ਸਟੇਜ ਤੇ ਆ ਕੇ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ। ਸੰਤ ਬਾਬਾ ਜੋਰਾ ਸਿੰਘ ਜੀ ਬੱਧਣੀ ਵਾਲੇ, ਉਹਨਾਂ ਮਹਾਂਪੁਰਖਾਂ ਵੱਲੋਂ ਵੀ ਸੇਵਾਦਾਰ ਪਹੁੰਚੇ ਸਨ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਉਹ ਵੀ ਆਪਣਾ ਸਨਮਾਨ ਮਹਾਂਪੁਰਖਾਂ ਦੇ ਪਾਸੋਂ ਆ ਕੇ ਪ੍ਰਾਪਤ ਕਰਨ। ਨਾਲ ਹੀ ਦਾਸ ਬੇਨਤੀ ਕਰੇਗਾ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ, ਉਹਨਾਂ ਵੱਲੋਂ ਸੇਵਾਦਾਰਾਂ ਨੂੰ ਭੇਜਿਆ ਗਿਆ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ, ਸੋ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਸਟੇਜ ਤੇ ਆ ਕੇ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲਓ ਜੀ। ਸਤਿਕਾਰਯੋਗ ਭਾਈ ਅਨਹਦ ਰਾਜ ਸਿੰਘ ਜੀ, ਔਰ ਨਾਲ ਹੀ ਦਾਸ ਬੇਨਤੀ ਕਰੇਗਾ ਜਿੰਨਾ ਚਿਰ ਮਹਾਂਪੁਰਖਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ, ਸਤਿਕਾਰਯੋਗ ਸੰਤ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ ਸ਼੍ਰੀ ਸਰਬਲੋ ਬੁੰਗਾ, ਉਹ ਭਾਈ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸੰਗਤਾਂ ਦੇ ਵਿਚਕਾਰ ਸੁਭਾਏਮਾਨ ਹਨ। ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਸੰਤ ਗਿਆਨੀ ਗੁਰਵਿੰਦਰ ਸਿੰਘ ਜੀ ਸ਼੍ਰੀ ਸਰਬਲੋ ਬੁੰਗਾ ਨੰਗਲੀ ਵਾਲੇ, ਉਹ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਨਿਹਾਲ ਕਰਨਗੇ। ਸੋ ਆਓ ਮਹਾਂਪੁਰਖ ਆਏ ਹੋਏ ਸਿੰਘਾਂ ਦਾ ਗੁਰਮੁਖ ਪਿਆਰਿਆਂ ਦਾ ਸਨਮਾਨ ਕਰ ਰਹੇ ਨੇ। ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ 96 ਕਰੋੜੀ ਬੁੱਢਾ ਦਲ, ਉਹਨਾਂ ਵੱਲੋਂ ਸਿੰਘ ਪਹੁੰਚੇ ਹੈ। ਜਿਉ ਆਇਆਂ ਸਭਨਾ ਮਹਾਂਪੁਰਖਾਂ ਦਾ ਧੰਨਵਾਦ, ਕਦਮ ਕਦਮ ਸਿਰ ਮੱਥੇ। ਸੋ ਆਓ ਸੰਤ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਣੀ ਵਾਲੇ ਮਹਾਂਪੁਰਖ, ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਇਆ ਤਾਕਾ ਸਫਲ ਹੈ, ਪਰ ਉਪਕਾਰੀ ਹੋਈ। ਦੁਖ ਸਹਿ ਸਿਰ ਆਪਨੇ, ਸੁਖਦਾਈ ਸਭ ਕੋਇ। ਜਿਨਾ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ। ਧਨ ਸਿਸਈ ਨਾਨਕਾ, ਪੂਰਨ ਸੋਈ ਸੰਤ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਮਹਾਨ ਮਹਾਂਪੁਰਖ ਸੇਵਾ ਦੀ ਪੁੰਜ, ਨਿਮਰਤਾ ਦੀ ਮੂਰਤ ਸੰਤ ਬਾਬਾ ਜਸਵੰਤ ਸਿੰਘ ਜੀ, ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜ ਮਿਲ ਕਰਕੇ ਬੈਠੇ ਹਾਂ। ਸੱਚੇ ਪਾਤਸ਼ਾਹ ਗੁਰਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵਕਤ ਦੱਖਣ ਦੀ ਦਿਸ਼ਾ ਨੂੰ ਗਏ ਹਨ, ਉਸ ਵਕਤ ਸਤਿਗੁਰੂ ਸਾਹਿਬ ਜੀ ਦੇ ਨਾਲ ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਨੰਦ ਲਾਲ ਸਾਹਿਬ ਜੀ, ਬਾਬਾ ਪਰਮ ਸਿੰਘ ਜੀ, ਹੋਰ ਹਠੀ ਤਪੀ ਗੁਰੂ ਕੇ ਸਿੰਘ ਨਾਲ ਸਨ। ਇੱਕ ਦਿਨ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਜੇ ਹੋਏ ਨੇ ਤੇ ਗੁਰੂ ਕੇ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਨਾਲ ਬਚਨ ਬਿਲਾਸ ਕਰਦੇ ਪਏ ਨੇ। ਚਲਦੇ ਹੋਏ ਬਚਨਾਂ ਵਿੱਚ ਪਿਆਰੇ ਭਾਈ ਦਇਆ ਸਿੰਘ ਜੀ ਨੇ ਅਰਜ਼ ਗੁਜ਼ਾਰੀ, ਸੱਚੇ ਪਾਤਸ਼ਾਹ ਜੀ, ਇਹ ਜਹਾਨ ਦੇ ਉੱਪਰ ਆਇਆ ਕਿਹਦਾ ਸਫਲਾ ਹੈ? ਦੁਨੀਆ ਉੱਪਰ ਹਰੇਕ ਕਹਿੰਦਾ ਏ ਕਿ ਮੈਂ ਆਪਣੇ ਆਪ ਨੂੰ ਸਫਲਿਆਂ ਕਰਕੇ ਜਹਾਨ ਤੋਂ ਚੱਲਿਆ ਹਾਂ,
ਤਾਂ ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ, ਆਇਆ ਤਾ ਕਾ ਸਫਲ ਹੈ, ਪਰੇ ਉਪਕਾਰੀ ਹੋਏ, ਦੁਖ ਸਹਿ ਸਿਰ ਆਪਣੈ, ਸੁਖਦਾਈ ਸਭ ਕੋਏ। ਉਹਦਾ ਜਹਾਨ ਉੱਪਰ ਆਇਆ ਸਫਲਾ ਹੈ ਜਿਹੜਾ ਪਰਉਪਕਾਰੀ ਹੁੰਦਾ ਹੈ। ਤੇ ਪਰਉਪਕਾਰ ਵੀ ਕਿਹੋ ਜਿਹਾ, ਦੂਜੇ ਦਾ ਦੁੱਖ ਆਪਣੇ ਸਰੀਰ ਉੱਪਰ ਲੈ ਲੈਣਾ ਤੇ ਦੂਜੇ ਨੂੰ ਸੁਖ ਪ੍ਰਦਾਨ ਕਰਨਾ, ਇਹੋ ਜਿਹਾ ਪਰਉਪਕਾਰੀ ਮਹਾਂਪੁਰਖ। ਗੁਰੂ ਖਾਲਸਾ ਸਾਧ ਸੰਗਤ ਜੀ, ਦੂਜੇ ਦਾ ਕੰਮ ਸੌਰ ਜਾਣਾ ਤੇ ਆਪਣੀ ਜੇਬ ਨੋਟਾਂ ਨਾਲ ਭਰ ਲੈਣੀ, ਇਹੋ ਜਿਹਾ ਪਰਉਪਕਾਰ ਦੁਨੀਆ ਦੇ ਉੱਪਰ ਆਮ ਬੰਦੇ ਕਰਦੇ ਨੇ। ਇਹ ਪਰਉਪਕਾਰ ਕਰਨਾ ਬੜੀ ਸੌਖੀ ਗੱਲ ਹੈ। ਕੋਈ ਬੰਦ ਵਿੱਚ ਪਿਆ ਹੈ, ਜੇਲ੍ਹ ਵਿੱਚ ਕੈਦ ਹੈ, ਸੱਚੀ ਗਵਾਹੀ ਦੇ ਕਰਕੇ ਉਹਦਾ ਛੁਟਕਾਰਾ ਕਰਵਾ ਦੇਣਾ, ਇਹੋ ਜਿਹਾ ਪਰਉਪਕਾਰ ਚੰਦ ਕੁ ਬੰਦੇ ਕਰਦੇ ਨੇ, ਸਾਰੇ ਨਹੀਂ ਕਰਦੇ। ਕਹਿੰਦੇ ਨੇ ਦੂਜੇ ਦੀ ਬਲਾ ਆਪਣੇ ਗਲ ਕਿਉਂ ਪਾਉਣੀ ਹੈ, ਪਰ ਚੰਦ ਕੁ ਬੰਦੇ ਇਹੋ ਜਿਹਾ ਪਰਉਪਕਾਰ ਵੀ ਕਰ ਲੈਂਦੇ ਨੇ ਤੇ ਦੂਜੇ ਦਾ ਸਾਰਾ ਦੁੱਖ ਆਪਣੇ ਤਨ ਤੇ ਲੈ ਕੇ ਤੇ ਉਹਨੂੰ ਸੁਖ ਦੇ ਦੇਣਾ, ਇਹੋ ਜਿਹਾ ਪਰਉਪਕਾਰ ਮਹਾਂਪੁਰਖ ਹੀ ਕਰਦੇ ਨੇ। ਤੇ ਸੰਤ ਬਾਬਾ ਜਸਵੰਤ ਸਿੰਘ ਜੀ ਮਹਾਂਪੁਰਖ ਉਹ ਇਹ ਪਰਉਪਕਾਰ ਕਰਦੇ ਰਹੇ। ਗੁਰੂ ਖਾਲਸਾ ਜੀ, ਮੈਂ ਆਪਣੀ ਜ਼ਿੰਦਗੀ ਵਿੱਚ ਦੋ ਮਹਾਂਪੁਰਖਾਂ ਦਾ ਜੀਵਨ ਪੜ੍ਹਿਆ, ਸੁਣਿਆ ਤੇ ਵਿਚਾਰਿਆ ਹੈ। ਇੱਕ ਮਹਾਂਪੁਰਖ ਸੀ ਤਰਨੇ ਦਲ ਵਾਲੇ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਸਾਹਿਬ ਜੀ। ਕਿਸੇ ਨੇ ਆ ਕੇ ਬੇਨਤੀ ਕਰਨੀ, ਮੈਂ ਗੁਰੂ ਘਰ ਵਿੱਚ ਸੋਇਨਾ ਅਰਦਾਸ ਕਰਵਾਉਣਾ ਹਾਂ, ਮੈਂ ਗੁਰੂ ਘਰ ਵਿੱਚ ਮਾਇਆ ਅਰਦਾਸ ਕਰਵਾਉਣਾ ਹਾਂ, ਮੈਂ ਗੁਰੂ ਘਰ ਵਿੱਚ ਜ਼ਮੀਨ ਅਰਦਾਸ ਕਰਵਾਉਣਾ ਹਾਂ। ਤੇ ਮਹਾਂਪੁਰਖਾਂ ਨੇ ਕੋਈ ਲੰਬੇਰੀ ਅਰਦਾਸ ਨਹੀਂ ਕਰਨੀ, ਤਿੰਨੇ ਗੱਲਾਂ ਕਹਿਣੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ, ਧੰਨ ਮਾਤਾ ਗੰਗਾ ਜੀ, ਇਹਦਾ ਦੁੱਖ ਹਟ ਜਾਵੇ ਤੇ ਮੈਨੂੰ ਲੱਗ ਜਾਵੇ। ਦੂਜਾ ਤਿਆਰ ਬਰ ਤਿਆਰ ਹੋ ਜਾਣਾ ਤੇ ਮਹਾਂਪੁਰਖਾਂ ਦੇ ਸਰੀਰ ਉੱਪਰ ਗੁਰੂ ਖਾਲਸਾ ਜੀ ਉਹ ਦੁੱਖ ਆ ਜਾਣਾ। ਐਸੇ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਜੀ ਪਰਉਪਕਾਰੀ ਹੋਏ ਨੇ। ਤੇ ਦੂਜੇ ਮਹਾਂਪੁਰਖ ਬਾਬਾ ਜਸਵੰਤ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹਾਂ, ਇਹ ਪਰਉਪਕਾਰੀ ਮਹਾਂਪੁਰਖ ਹੋਏ ਨੇ। ਗੱਲਾਂ ਕਰ ਲੈਣੀਆਂ ਬੜੀ ਸੌਖੀ ਗੱਲ ਹੈ, ਪਰ ਗੁਰੂ ਖਾਲਸਾ ਜੀ ਦੂਜੇ ਦਾ ਰੋਗ ਆਪਣੇ ਤਨ ਤੇ ਹੰਡਾਉਣਾ ਇਹ ਬੜੀ ਔਖੀ ਗੱਲ ਜੇ। ਇਹ ਕੋਈ ਵਿਰਲਾ ਹੀ ਪਰਉਪਕਾਰੀ ਮਹਾਂਪੁਰਖ ਹੰਢਾ ਸਕਦਾ ਹੈ। ਐਸੇ ਮਹਾਨ ਮਹਾਂਪੁਰਖ ਬਾਬਾ ਜਸਵੰਤ ਸਿੰਘ ਜੀ ਸਨ। ਮੇਰੇ ਤੋਂ ਪਹਿਲਾਂ ਮਹਾਨ ਮਹਾਂਪੁਰਖ ਸੰਤ ਬਾਬਾ ਅਮੀਰ ਸਿੰਘ ਜੀ, ਉਹਨਾਂ ਨੇ ਨਾਮ ਦੀ ਗੱਲ ਕੀਤੀ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਕ ਕਲਾਮ ਜਪਜੀ ਸਾਹਿਬ ਵਿੱਚ ਲਿਖਿਆ ਹੈ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਦੁਨੀਆ ਦੇ ਉੱਪਰ ਜਿਹਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਆਪਣੀ ਸਿਫਤ ਕਰਨ ਦਾ ਸਮਾਂ ਮੌਕਾ ਬਖਸ਼ ਦਿੰਦਾ ਹੈ, ਉਹ ਦੁਨੀਆ ਦੇ ਉੱਪਰ ਪਾਤਸ਼ਾਹਾਂ ਦਾ ਪਾਤਸ਼ਾਹ ਅਖਵਾਉਂਦਾ ਹੈ। ਗੁਰੂ ਖਾਲਸਾ ਜੀ, ਜਿਹਦੇ ਪੱਲੇ ਧਨ ਹੋਵੇ ਉਹ ਸ਼ਾਹੂਕਾਰ ਅਖਵਾਉਂਦਾ ਹੈ, ਰਾਜਾ ਅਖਵਾਉਂਦਾ ਹੈ, ਪਰ ਜਿਹਦੇ ਪੱਲੇ ਨਾਮ ਧਨ ਹੋਵੇ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਸਦਵਾਉਂਦਾ ਹੈ। ਦੁਨੀਆ ਦੇ ਉੱਪਰ ਕਈ ਪਾਤਸ਼ਾਹ ਹੋਏ ਨੇ, ਕਾਰੂ ਵਰਗੇ ਪਾਤਸ਼ਾਹ ਹੋਏ ਨੇ। ਗਿਰਹਾ ਨਾਮ ਦਾ ਗੁਰੂ ਖਾਲਸਾ ਜੀ ਦੁਨੀਆ ਉੱਪਰ ਇੱਕ ਪਾਤਸ਼ਾਹ ਹੋਇਆ ਹੈ। ਫਰੀਦਕੋਟ ਵਾਲੇ ਟੀਕੇ ਵਿੱਚ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਮੈਂ ਇਹ ਤੁਕਦੀਆਂ ਜਦੋਂ ਵਿਆਖਿਆ ਪੜ੍ਹੀ, ਇਹਦੇ ਅਰਥ ਪੜ੍ਹੇ, ਉੱਥੇ ਗਿਰਹਾ ਦਾ ਅਰਥ ਲਿਖਿਆ ਸੀ ਵੀ ਗਿਰਹਾ ਨਾਮ ਦਾ ਇੱਕ ਬਾਦਸ਼ਾਹ ਹੋਇਆ ਹੈ। ਤੇ ਬਾਦਸ਼ਾਹਾਂ ਨੂੰ ਅਕਸਰ ਗੁਰੂ ਖਾਲਸਾ ਜੀ ਅਪਮਾਨ ਹੋ ਜਾਂਦਾ ਹੈ। ਬਾਦਸ਼ਾਹ ਚਾਹੁੰਦੇ ਨੇ ਮੈਂ ਸਾਰਿਆਂ ਨੂੰ ਆਪਣੇ ਅਧੀਨ ਕਰ ਲਵਾਂ,
ਆਪਣੇ ਆਪ ਨੂੰ ਦਿਗਵਿਜੇ ਬਾਦਸ਼ਾਹ ਖਵਾਉਂਦਾ ਸੀ। ਸੰਸਾਰ ਨੂੰ ਜਿੱਤਣ ਵਾਸਤੇ ਗੁਰੂ ਖਾਲਸਾ ਜੀ ਚੱਲਿਆ ਹੈ। ਮਨ ਵਿੱਚ ਮਨਸੂਬਾ ਕੀਤਾ, ਇਹ ਸਾਰੀ ਦੁਨੀਆ ਨੂੰ ਜਿੱਤ ਕਰਕੇ ਇੰਦਰਪੁਰੀ ਵਿੱਚ ਜਾ ਕੇ ਜਿੱਥੇ ਇੰਦਰ ਬੈਠਦਾ ਏ ਉੱਥੇ ਸਿੰਘਾਸਨ ਤੇ ਮੈਂ ਬੈਠਾਂਗਾ। ਗੁਰੂ ਖਾਲਸਾ ਜੀ ਬੜਾ ਦੁੱਖ ਦਿੱਤਾ ਪ੍ਰਜਾ ਦੇ ਤਾਈਂ। ਪ੍ਰਜਾ ਦੀਆਂ ਅਰਦਾਸਾਂ ਹੋਈਆਂ, ਸੱਚਖੰਡ ਧਾਮ ਦੇ ਵਿੱਚ ਪ੍ਰਵਾਨ ਚੜੀਆਂ, ਕਿਉਂਕਿ ਗਰੀਬ ਦੀ ਅਰਜ਼ੋਈ ਸੱਚਖੰਡ ਧਾਮ ਵਿਖੇ ਸਦਾ ਪ੍ਰਵਾਨ ਚੜ੍ਹਦੀ ਹੈ। ਗਰੀਬ ਮਨੋਂ ਬੇਨਤੀ ਕਰਦਾ ਹੈ, ਅਰਦਾਸ ਕਰਦਾ ਹੈ, ਰੱਬ ਦੀ ਦਰਗਾਹ ਵਿੱਚ ਮਕਬੂਲ ਹੁੰਦੀ ਹੈ ਜੋ ਗਰੀਬ ਬੇਨਤੀ ਕਰਦਾ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਲਿਖਿਆ ਹੈ, ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨਾਂ ਨੇ ਅਰਦਾਸ ਕੀਤੀ, ਰੱਬ ਕੀੜੀ ਦਾ ਰੂਪ ਧਾਰ ਕੇ ਆ ਗਿਆ। ਤੇ ਜਿੱਥੇ ਬਾਦਸ਼ਾਹ ਤੁਰਿਆ ਜਾਂਦਾ ਸੀ ਨਾ, ਉੱਥੇ ਕੀੜੀਆਂ ਦੀ ਭੌਂ, ਤੇ ਰੱਬ ਬਣ ਕੇ ਕੀੜੀ ਆ ਗਿਆ। ਤੇ ਕੀੜੀ ਬਣ ਕੇ ਕਹਿਣ ਲੱਗਾ ਰਾਜੇ ਨੂੰ, ਰਾਜਨ ਇੱਕ ਵੇਲੇ ਦਾ ਲੰਗਰ ਸਾਡੇ ਘਰੋਂ ਛਕ ਕੇ ਜਾ। ਤੇ ਰਾਜਾ ਅਭਿਮਾਨ ਨਾਲ ਕਹਿਣ ਲੱਗਾ ਵੀ ਇੱਕ ਖੰਡ ਦਾ ਦਾਣਾ ਤੂੰ ਖਾ ਲਵੇਂ, 2 ਦਿਨ ਤੈਨੂੰ ਡਿਟਕ ਹੋਈ ਰਹਿੰਦੀ ਹੈ। ਏਡਾ ਵੱਡਾ ਲਾਹੋ ਲਸ਼ਕਰ ਹੈ, ਇੰਨੀਆਂ ਫੌਜਾਂ ਨੇ, ਇੰਨਾ ਰਾਜ ਸਾਜ ਹੈ, ਤੂੰ ਕਿੱਥੋਂ ਇੰਨਿਆਂ ਨੂੰ ਭੰਡਾਰਾ ਕਰ ਸਕੇਂਗੀ। ਗੁਰੂ ਖਾਲਸਾ ਜੀ ਗਿਰਹਾ ਦਾ ਉਪਮਾਨ ਉਤਾਰਨ ਲਈ ਉਹ ਕੀੜੀ ਨੇ ਫੁੰਕਾਰਾ ਮਾਰਿਆ ਤੇ ਸਾਰੀਆਂ ਫੌਜਾਂ ਬੇਹੋਸ਼ ਕਰ ਦਿੱਤੀਆਂ ਆਪਣੀ ਜ਼ਹਿਰ ਦੇ ਨਾਲ। ਰਾਜੇ ਦੀ ਸੁਰਤ ਥੋੜੀ ਜਿਹੀ ਠਾਂ ਆਈ ਤੇ ਚਰਨੀ ਪਿਆ ਹੱਥ ਜੋੜ ਕੇ ਕਹਿਣ ਲੱਗਾ, ਮੇਰੇ ਉੱਪਰ ਕਿਰਪਾ ਕਰੋ, ਮੇਰੀਆਂ ਫੌਜਾਂ ਨੂੰ ਤੇ ਜੀਂਦਿਆਂ ਕਰ ਦਿਓ। ਤੂੰ ਆਮ ਕੀੜੀ ਨਹੀਂ, ਤੂੰ ਕਰਾਮਾਤੀ ਕੀੜੀ ਜਾਪਦੀ ਹੈ। ਉਹਨੇ ਆਪਣੇ ਮੂੰਹ ਦੇ ਵਿੱਚ ਸੰਜੀਵਨੀ ਬੂਟੀ ਰੱਖ ਕੇ ਫੁੰਕਾਰਾ ਮਾਰਿਆ ਤੇ ਸਾਰਾ ਉਹਦਾ ਲਾਹੋ ਲਸ਼ਕਰ ਉਹਨੇ ਖੜਾ ਕਰ ਦਿੱਤਾ, ਸੁਰਜੀਤ ਕਰ ਦਿੱਤਾ। ਰਾਜਾ ਸ਼ਰਮ ਦਾ ਮਾਰਿਆ ਕਹਿਣ ਲੱਗਾ, ਚਲੋ ਮੈਂ ਤੁਹਾਡਾ ਨੇਂਦਾ ਸੱਦਾ ਪ੍ਰਵਾਨ ਕਰਦਾ ਹਾਂ। ਕੀੜੀ ਨੇ ਕਿਹਾ, ਜਿੱਥੇ ਸਾਡੀ ਭੌਂ ਆਏ ਥਾਂ ਪੁੱਟ। ਜਦੋਂ ਥਾਂ ਪੁੱਟਿਆ ਤੇ ਉਹਦੇ ਥੱਲਿਓ ਲੰਗਰ ਨਿਕਲਿਆ। ਲੰਗਰ ਦੇ ਭੰਡਾਰੇ, 36 ਪ੍ਰਕਾਰ ਦੇ ਪਕਵਾਨ, ਘੋੜਿਆਂ ਲਈ ਦਾਣਾ ਪੱਠਾ ਨਿਕਲਿਆ। ਰੱਜ ਕਰਕੇ ਨਿਹਾਲੋ ਨਿਹਾਲ ਹੋ ਗਈ ਸਾਰੀ ਫੌਜ। ਘੋੜੇ ਰੱਜ ਗਏ, ਹਾਥੀ ਰੱਜ ਗਏ। ਰਾਜਾ ਕਹਿਣ ਲੱਗਾ, ਕੀੜੀ ਦੇ ਤਾਈਂ ਭੋਜਨ ਤੇ ਬੜਾ ਸਵਾਦ ਸੀ, ਪਰ ਕੁਝ ਬਹਿਆ ਜਾਪਦਾ ਸੀ। ਤੇ ਕੀੜੀ ਕਹਿਣ ਲੱਗੀ ਵੀ ਤੇਰੇ ਵਰਗਾ ਅਭਿਮਾਨੀ ਬਾਦਸ਼ਾਹ ਆਇਆ ਸੀ ਇੱਕ, ਉਹਨੇ ਲੰਗਰ ਛਕਿਆ ਤੇ ਜਿਹੜਾ ਬਚਿਆ ਖੁਸ਼ਿਆ ਏ ਉਹ ਮੈਂ ਤੇਰੀਆਂ ਫੌਜਾਂ ਨੂੰ ਛਕਾ ਦਿੱਤਾ ਏ। ਤੇਰੀਆਂ ਫੌਜਾਂ ਥੋੜੀਆਂ ਸਨ, ਮੇਰਾ ਹਿਆ ਨਹੀਂ ਪਿਆ ਵੀ ਮੈਂ ਹੋਰ ਤਿਆਰ ਕਰਕੇ ਤੁਹਾਨੂੰ ਛਕਾਵਾਂ। ਤੇ ਭੰਡਾਰੇ ਵਿੱਚ ਗੁਰੂ ਖਾਲਸਾ ਜੀ 2-3 ਦਿਨ ਦਾ ਲੰਗਰ ਹੋਰ ਬਚ ਗਿਆ। ਕਹਿਣ ਲੱਗੀ 2-3 ਨਿੰਦੇ ਹੋਰ ਲੈ ਲਾ ਲੈਣੇ ਤੇ। ਗੁਰੂ ਖਾਲਸਾ ਜੀ ਰਾਜਾ ਸ਼ਰਮਿੰਦਾ ਹੋਇਆ ਤੇ ਕੀੜੀ ਦੇ ਚਰਨਾਂ ਵਿੱਚ ਡਿੱਗ ਪਿਆ। ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਸਮੁੰਦ ਸਾਹ ਸੁਲਤਾਨ, ਸਮੁੰਦਰ ਜਿਹਾ ਰਾਜ ਭਾਗ ਹੋਵੇ, ਰਾਜਿਆਂ ਦੇ ਵਿੱਚੋਂ ਆਪਣੇ ਆਪ ਨੂੰ ਸੁਲਤਾਨ ਅਖਵਾਉਂਦਾ ਹੋਵੇ। ਗਿਰਹਾ ਸੇਤੀ ਮਾਲ ਧਨ, ਗਿਰਹਾ ਬਾਦਸ਼ਾਹ ਜਿੰਨਾ ਮਾਲ ਧਨ, ਖਜ਼ਾਨਾ ਦੌਲਤ, ਘੋੜੇ ਲਾਹੋ ਲਸ਼ਕਰ ਕੋਲ ਹੋਵੇ, ਕੀੜੀ ਤੁਲ ਨਾ ਹੋ ਬਣੀ। ਇੱਕ ਕੀੜੀ ਦਾ ਭੋਜਨ ਪ੍ਰਸ਼ਾਦਾ ਵੱਧ ਗਿਆ ਸੀ ਤੇ ਰਾਜਾ ਗਿਰਹਾ ਦਾ ਗੁਰੂ ਖਾਲਸਾ ਜੀ ਲਾਹੋ ਲਸ਼ਕਰ ਰੱਜ ਗਿਆ ਸੀ। ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਉਹ ਰੱਬ ਦੇ ਘਰ ਦੀ ਇੱਕ ਕੀੜੀ, ਉਹਦੇ ਬਰਾਬਰ ਵੀ ਦੁਨੀਆ ਦੇ ਰਾਜੇ ਮਹਾਰਾਜੇ ਨਹੀਂ ਪਹੁੰਚ ਸਕੇ। ਜੇ ਤਿਸ ਮਨੋ ਨਾ ਵਿਸਰੈ, ਜਿਨ੍ਹਾਂ ਦੇ ਮਨੋਂ ਰੱਬ ਦਾ ਨਾਮ ਨਹੀਂ ਚੇਤੇ ਭੁੱਲਦਾ, ਉਹਨਾਂ ਦੀ ਰੀਸ ਕੀ ਕਰ ਲੈਣੀ ਹੈ। ਸੰਤ ਮਹਾਰਾਜ ਬਾਬਾ ਜਸਵੰਤ ਸਿੰਘ ਜੀ, ਉਹਨਾਂ ਦੀ ਰੀਸ ਕਿਸੇ ਨੇ ਕੀ ਕਰ ਲੈਣੀ ਹੈ। ਉਹ ਖੁਦਾਇਆ ਰੂਪ ਸਨ। ਨੰਦ ਲਾਲ ਸਾਹਿਬ ਨੇ ਇੱਕ ਵਾਰ ਕਲਗੀਧਰ ਪਾਤਸ਼ਾਹ ਗੁਰਦੇਵ ਮਹਾਰਾਜ ਸਾਹਿਬ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਜੀ, ਮੇਰੇ ਮਨ ਵਿੱਚ ਖਿਆਲ ਹੈ
ਜੇ ਰੱਬ ਵੇਖਣਾ ਹੋਵੇ ਤੇ ਰੱਬ ਦੇ ਪਿਆਰਿਆਂ ਨੂੰ ਵੇਖ ਲਿਆ ਜਾਵੇ। ਗੋਇਆ ਅਗਰ ਈ ਚਸ਼ਮੇ ਤੋਂ ਮੁਸ਼ਤਾਕੇ ਅਸਤ, ਮਰਦਾਨੇ ਖੁਦਾ ਖੁਦਾ ਨੁਮਾ ਅਸਤ। ਜੇ ਰੱਬ ਨੂੰ ਵੇਖਣਾ ਹੋਵੇ ਤੇ ਰੱਬ ਦੇ ਪਿਆਰਿਆਂ ਨੂੰ ਵੇਖ ਲਓ। ਰੱਬ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ। ਮਹਾਂਪੁਰਖ ਬਾਬਾ ਜਸਵੰਤ ਸਿੰਘ ਜੀ ਖੁਦਾਇਆ ਸਨ। ਜਿਹਨੇ ਖੁਦਾ ਨਹੀਂ ਵੇਖਿਆ ਉਹ ਬਾਬਾ ਜੀ ਨੂੰ ਵੇਖ ਲਵੇ, ਉਹਨਾਂ ਦੀ ਸੂਰਤ ਵੇਖ ਲਵੇ, ਉਹਨਾਂ ਦੇ ਜੀਵਨ ਨੂੰ ਵੇਖ ਲਵੇ, ਉਹਨਾਂ ਦੀ ਘਾਲ ਕਮਾਈ ਨੂੰ ਵੇਖ ਲਵੇ, ਉਹਨਾਂ ਦੀ ਕੀਤੀ ਹੋਈ ਸੇਵਾ ਨੂੰ, ਉਹਨਾਂ ਦੇ ਸਿਮਰਨ ਨੂੰ, ਤੇ ਉਹਨਾਂ ਦੀ ਫੁਲਵਾੜੀ ਵਿੱਚੋਂ ਪੈਦਾ ਹੋਏ ਮਹਾਨ ਮਹਾਂਪੁਰਖ ਬਾਬਾ ਅਨਹਦ ਰਾਜ ਸਿੰਘ ਨੂੰ ਵੇਖ ਲਵੇ। ਗੁਰੂ ਖਾਲਸਾ ਜੀ ਇਹ ਰੱਬ ਦੇ ਪਿਆਰੇ ਦੁਨੀਆ ਦਾ ਭਲਾ ਕਰਨ ਵਾਸਤੇ ਆਉਂਦੇ ਨੇ। ਇੱਕ ਮੈਂ ਬਾਤ ਕਹਿ ਕੇ ਫਤਿਹ ਕਰ ਦੇਣੀ ਹੈ। ਆਪਾਂ ਗ੍ਰਸਤੀ ਲੋਕ ਹੈ, ਸਿੱਧੇ ਲਫ਼ਜ਼ਾਂ ਵਿੱਚ ਮੈਂ ਕਹਾਂ ਵੀ ਸਾਡਾ ਤੇ ਲੂਣ ਤੇਲ ਹੀ ਨਹੀਂ ਪੂਰਾ ਹੁੰਦਾ। ਭਾਵੇਂ ਕੋਈ ਤਗੜਾ ਤੇ ਭਾਵੇਂ ਕੋਈ ਗਰੀਬ ਹੈ, ਸਾਰੇ ਲੂਣ ਤੇਲ ਨੂੰ ਹੀ ਭੱਜੇ ਫਿਰਦੇ ਆ ਵੀ ਕਿਵੇਂ ਨਾ ਕਿਵੇਂ ਪੂਰਾ ਹੋ ਜਾਵੇ। ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਿਆ ਪੜ੍ਹ ਲੈਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਝ ਲੈਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝ ਲੈਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਗੁਰੂ ਖਾਲਸਾ ਜੀ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ, ਨਾ ਨਹਾਉਣ ਦੇ ਕੰਮ ਆਉਂਦਾ ਹੈ, ਨਾ ਕੱਪੜੇ ਧੋਣ ਦੇ ਕੰਮ ਆਉਂਦਾ ਹੈ, ਨਾ ਗੁਰੂ ਖਾਲਸਾ ਜੀ ਉਹ ਹੋਰ ਕਿਸੇ ਵਰਤੋਂ ਵਿੱਚ ਆਉਂਦਾ ਹੈ। ਪਰ ਜਦੋਂ ਮੀਂਹ ਪੈਂਦਾ ਹੈ ਉਹੋ ਹੀ ਪਾਣੀ ਬੱਦਲਾਂ ਵਿੱਚ ਮਿਲ ਜਾਂਦਾ ਹੈ। ਗੁਰੂ ਖਾਲਸਾ ਜੀ ਬੱਦਲਾਂ ਰਾਹੀਂ ਜਦੋਂ ਉਹ ਪਾਣੀ ਵਰਸਦਾ ਹੈ, ਝੀਲਾਂ ਵਿੱਚ ਤਲਾਬਾਂ ਵਿੱਚ ਜਾ ਕੇ ਖਲੋਂਦਾ ਹੈ, ਉਸ ਪਾਣੀ ਵਿੱਚ ਲੋਕ ਇਸ਼ਨਾਨ ਵੀ ਕਰ ਲੈਂਦੇ ਨੇ, ਉਹਦੇ ਤੋਂ ਕੱਪੜੇ ਵੀ ਧੋ ਲੈਂਦੇ ਨੇ, ਉਹਨੂੰ ਆਪਣੇ ਜੀਵਨ ਵਿੱਚ ਵਰਤਾਵ ਵਿੱਚ ਵਰਤ ਲੈਂਦੇ ਨੇ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੀ ਜੋ ਵਿਦਿਆ ਹੈ ਇਹ ਸਮੁੰਦਰ ਦੀ ਨਿਆਈ ਬਹੁਤ ਕਠਿਨ ਹੈ, ਆਮ ਬੰਦੇ ਦੀ ਪਕੜ ਵਿੱਚ ਨਹੀਂ ਆਉਂਦੀ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਬੱਦਲ ਦੀ ਨਿਆਈ ਹੁੰਦੇ ਨੇ। ਗੁਰੂ ਮਹਾਰਾਜ ਸਾਹਿਬ ਜੀ ਦਾ ਜੋ ਸਿਧਾਂਤ ਹੈ ਗੁਰੂ ਖਾਲਸਾ ਜੀ ਉਹ ਸੌਖਿਆਂ ਕਰਕੇ ਸਾਡੀ ਝੋਲੀ ਵਿੱਚ ਪਾ ਦਿੰਦੇ ਨੇ। ਉਹ ਗੁਰੂ ਖਾਲਸਾ ਜੀ ਗੁਰੂ ਮਹਾਰਾਜ ਦਾ ਉਪਦੇਸ਼ ਦਾ ਦੀਵਾ ਚਿਰਾਗ ਸਾਡੇ ਹਿਰਦਿਆਂ ਵਿੱਚ ਜਗਾ ਦਿੰਦੇ ਹਨ। ਉਹ ਗੁਰੂ ਮਹਾਰਾਜ ਸਾਹਿਬ ਜੀ ਦੇ ਦਿੱਤੇ ਹੋਏ ਸਿਧਾਂਤ ਨੂੰ ਸਾਡੇ ਮਨਾਂ ਵਿੱਚ ਵਸਾ ਕਰਕੇ ਆਪ ਵੀ ਮੁਕਤ ਹੋ ਜਾਂਦੇ ਨੇ ਤੇ ਸਾਨੂੰ ਵੀ ਮੁਕਤ ਕਰ ਦਿੰਦੇ ਨੇ। ਐਸੇ ਗੁਰੂ ਖਾਲਸਾ ਜੀ ਮਹਾਨ ਯੁੱਗ ਪੁਰਖ, ਉਹਨਾਂ ਮਹਾਂਪੁਰਖਾਂ ਨੂੰ ਤੇ ਨਮੋ ਹੀ ਹੈ। ਮੈਂ ਗੁਰੂ ਖਾਲਸਾ ਜੀ 11-12 ਸਨ ਦੇ ਵਿੱਚ ਉਹਨਾਂ ਮਹਾਂਪੁਰਖਾਂ ਦਾ ਇੱਥੇ ਦੀਦਾਰ ਕੀਤਾ ਸੀ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰਦੇਵ ਪਾਤਸ਼ਾਹ ਜੀ, ਉਹਨਾਂ ਦੀ ਇੱਕੋ ਇੱਕ ਕਲਾਮ ਜ਼ਫਰਨਾਮਾ ਫਾਰਸੀ ਅਲਫਾਜ਼ਾਂ ਵਿੱਚ, ਤੇ ਉਹ ਗੁਰੂ ਖਾਲਸਾ ਜੀ ਮੈਂ 3-4 ਉਸਤਾਦਾਂ ਕੋਲੋਂ ਵਿਦਿਆ ਗੁਰੂਆਂ ਕੋਲੋਂ ਪੜ੍ਹਿਆ। ਹਰੇਕ ਦਾ ਗੁਰੂ ਖਾਲਸਾ ਜੀ ਉਚਾਰਨ ਵਿੱਚ ਕੋਈ ਮਤਭੇਦ ਆਇਆ। ਸੱਚਖੰਡ ਹਜੂਰ ਸਾਹਿਬ ਗਏ, ਉੱਥੇ ਜਾ ਕੇ 2-3 ਮਹਾਂਪੁਰਖਾਂ ਤੋਂ ਪੜ੍ਹਿਆ, ਉੱਥੇ ਵੀ ਗੱਲ ਬਣੀ ਨਾ ਜਾਪੀ। ਤੇ ਮਨ ਵਿੱਚ ਵਿਚਾਰ ਆਇਆ ਵੀ ਇਹ ਫਾਰਸੀ ਬੋਲੀ ਹੈ ਤੇ ਹੋਵੇ ਨਾ ਵੀ ਕਿਸੇ ਮੌਲਵੀ ਦੇ ਪਾਸੋਂ ਇਹ ਵਿਦਿਆ ਪੜ੍ਹੀ ਜਾਵੇ। ਤੇ ਢੋਲਦਿਆਂ ਹੋਇਆ ਗੁਰੂ ਖਾਲਸਾ ਜੀ ਇੱਥੇ ਲੁਧਿਆਣੇ ਵਿੱਚ ਆਏ ਤੇ ਇੱਥੇ ਮੌਲਵੀ ਅਤੀਕ ਅਹਿਮਦ ਸਾਹਿਬ ਜੀ ਸਨ, 80 ਸਾਲ ਦੇ ਬਜ਼ੁਰਗ। ਉਹਨਾਂ ਨੇ ਗੁਰੂ ਖਾਲਸਾ ਜੀ ਮੇਰੀ ਝੋਲੀ ਵਿੱਚ ਇਹ ਵਿਦਿਆ ਦੀ ਦਾਤ ਪਾਈ। ਅਰਥਾਂ ਨਾਲ ਉਹਨਾਂ ਨੰਦ ਲਾਲ ਤੇ ਭਾਈ ਨੰਦ ਲਾਲ ਸਾਹਿਬ ਜੀ ਦੀ ਕਲਾਮ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਪੜ੍ਹਾਇਆ। ਉਸ ਵਕਤ ਮੈਂ ਇਹ ਅਸਥਾਨ ਦੇ ਉੱਪਰ ਕੁਝ ਦਿਨ ਗੁਰੂ ਖਾਲਸਾ ਜੀ ਬਤੀਤ ਕੀਤੇ ਤੇ ਉਹਨਾਂ ਮਹਾਂਪੁਰਖਾਂ ਦਾ ਦਰਸ਼ਨ ਦੀਦਾਰ ਕੀਤਾ। ਸੋ ਬਹੁਤ ਸਾਰੇ ਮਹਾਂਪੁਰਖ ਪਹੁੰਚੇ ਨੇ। ਪ੍ਰਸੰਗ ਤੇ ਇਤਨੇ ਨੇ ਮਹਾਂਪੁਰਖਾਂ ਦੇ, ਉਹਨਾਂ ਦੇ ਪ੍ਰਸੰਗਾਂ ਦੀ ਕੀ ਗੱਲ ਕਰੀਏ।
ਸੰਤ ਮਹਾਰਾਜ ਬਾਬਾ ਅਨਹਦ ਰਾਜ ਸਿੰਘ ਜੀ, ਇਹਨਾਂ ਨੇ ਮੈਨੂੰ ਉਹਨਾਂ ਦਾ ਬਚਨ ਸੁਣਾਇਆ। ਗੁਰੂ ਖਾਲਸਾ ਜੀ ਸੁਣੀਦਾ ਸੀ ਵੀ ਫਲਾਣਾ ਮਹਾਂਪੁਰਖ ਦੱਸ ਕੇ ਗਿਆ ਕਿ ਮੈਂ ਚਲੇ ਜਾਣਾ, ਮੇਰਾ ਇੱਥੇ ਸੰਸਕਾਰ ਕਰ ਦਿਓ, ਇੱਥੇ ਮੇਰਾ ਇਹੋ ਜਿਹਾ ਅਸਥਾਨ ਬਣਾ ਦਿਓ, ਇਹੋ ਜੀ ਸੇਵਾ, ਇਹੋ ਜਿਹਾ ਪ੍ਰਬੰਧ ਚਲਾਇਓ। ਪਰ ਕਈ ਵਾਰ ਗੁਰੂ ਖਾਲਸਾ ਜੀ ਆਪਾਂ ਵੀ ਤਰਕਵਾਦੀ ਜੀ ਹੋ ਜਾਂਦੇ ਐ, ਸ਼ੰਕਾ ਜੀ ਕਰ ਲੈਣੀ। ਮਹਾਂਪੁਰਖ ਬਾਬਾ ਜਸਵੰਤ ਸਿੰਘ ਜੀ ਜਿੱਥੇ ਉਹਨਾਂ ਦਾ ਅਸਥਾਨ ਬਣਿਆ ਹੈ, ਉੱਥੇ ਆਏ, ਸ਼ਾਇਦ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਆਏ ਸਨ, ਤੇ ਉਹ ਫੀਤਾ ਆਪਣੀ ਗੱਡੀ 'ਚ ਹੀ ਰੱਖਦੇ ਹੁੰਦੇ ਸੀ ਤੇ ਕਹਿਣ ਲੱਗੇ ਵੀ ਇਧਰੋਂ ਫੀਤਾ ਮਾਰੋ, ਇਧਰੋਂ ਇੰਨਾ ਮੈਨੂੰ, ਇਧਰੋਂ ਇੰਨਾ ਮੈਨੂੰ। ਤੇ ਮਹਾਂਪੁਰਖ ਦੱਸਦੇ ਨੇ ਵੀ ਅਸਾਂ ਸੋਚਿਆ ਵੀ ਇੱਥੇ ਕੋਈ ਬਿਲਡਿੰਗ ਬਣਾਉਣੀ ਹੈ ਸ਼ਾਇਦ। ਸਾਰੀ ਮਿਹਨਤੀ ਕਰਕੇ ਕਹਿਣ ਲੱਗੇ ਜਦੋਂ ਮੈਂ ਜਹਾਨ ਤੋਂ ਜਾਵਾਂਗਾ ਨਾ, ਇੱਥੇ ਬਣਾ ਦਿਓ, ਮੇਰਾ ਸੰਸਕਾਰ ਕਰ ਦਿਓ, ਇੱਥੇ ਮੇਰਾ ਇਹੋ ਜਿਹਾ ਸਥਾਨ ਬਣਾ ਦਿਓ। ਇਹੋ ਜਿਹੇ ਮਹਾਂਪੁਰਖ ਸਨ। ਉਹਨਾਂ ਨੂੰ ਨਮੋ ਨਮੋ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸੰਤ ਗਿਆਨੀ ਗੁਰਵਿੰਦਰ ਸਿੰਘ ਜੀ, ਸ੍ਰੀ ਸਰਵਲੋ ਬੁੰਗਾ ਨੰਗਲੀ ਵਾਲੇ, ਜਿਨ੍ਹਾਂ ਨੇ ਅਨਮੋਲ ਵਿਚਾਰਾਂ ਦੁਆਰਾ ਆਪ ਸੰਗਤਾਂ ਨੂੰ ਨਿਹਾਲ ਕੀਤਾ ਹੈ। ਜੀਓ ਆਇਆਂ, ਧੰਨਵਾਦ। ਹੁਣ ਜੋ ਬੋਲੇ ਸੋ ਨਿਹਾਲ। ਸਤਿਕਾਰਯੋਗ ਪੰਥ ਦੀਆਂ ਮਹਾਨ ਸ਼ਖਸੀਅਤਾਂ, ਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਹਜ਼ੂਰ ਸਤਿਗੁਰੂ ਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਔਰ ਆਪ ਸਰਬ ਸੰਗਤਾਂ ਦੀ ਚਰਨ ਧੂੜੀ ਮਾਣਨ ਵਾਸਤੇ ਗੁਰੂ ਪਾਤਸ਼ਾਹ ਦੇ ਹਜ਼ੂਰ ਪਹੁੰਚੇ ਨੇ। ਸਤਿਕਾਰਯੋਗ ਸੰਤ ਬਾਬਾ ਧੰਨਾ ਸਿੰਘ ਜੀ ਬੜੂੰਦੀ ਵਾਲੇ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਹਨ। ਧੰਨਵਾਦ, ਜੀਓ ਆਇਆਂ। ਸੰਤ ਮਿਲਖਾ ਸਿੰਘ ਲੁਧਿਆਣਾ, ਸੰਤ ਹਰਵਿੰਦਰ ਸਿੰਘ ਜੀ ਨੱਥੂ ਮਾਜਰਾ ਮਰੇਲਕੋਟਲਾ ਤੋਂ ਪਹੁੰਚੇ, ਜੀਓ ਆਇਆਂ, ਧੰਨਵਾਦ। ਸੰਤ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ, ਉਹ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਰਹੇ ਨੇ, ਜੀਓ ਆਇਆਂ ਨੂੰ, ਧੰਨਵਾਦ। ਸਰਦਾਰ ਹਰਜੀਤ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਪਹੁੰਚੇ ਹਨ। ਭਾਈ ਅਮਰਜੀਤ ਸਿੰਘ ਜੀ ਗੁਰਦੁਆਰਾ ਈਸ਼ਰਸਰ ਫਰੀਦਪੁਰ ਨੇੜੇ ਮਲੋ, ਉਹ ਵੀ ਪਹੁੰਚੇ ਨੇ। ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ, ਉਹ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚੇ ਹਨ। ਸਨਮਾਨਯੋਗ ਸਤਿਕਾਰਯੋਗ ਜੋ ਪੰਥ ਦੀਆਂ ਮਹਾਨ ਹਸਤੀਆਂ, ਮਹਾਨ ਸ਼ਖਸੀਅਤਾਂ, ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੋਲਾਂ ਵਾਲੇ, ਉਹ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗੁਰੂ ਪਾਤਸ਼ਾਹ ਦੇ ਹਜ਼ੂਰ ਸੱਜ ਬੈਠੇ ਨੇ। ਸੰਤ ਬਾਬਾ ਕਾਲਾ ਸਿੰਘ ਜੀ ਠਾਠ ਨਾਨਕਸਰ ਕਲੇਰਾਂ ਵਾਲੇ, ਉਹ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਰਹੇ ਹਨ। ਜੀਓ ਆਇਆਂ, ਤਹਿ ਦਿਲੋਂ ਧੰਨਵਾਦ। ਕਦਮ ਕਦਮ ਸਿਰ ਮੱਥੇ। ਸੋ ਸੰਤ ਗਿਆਨੀ ਹਰਦੀਪ ਸਿੰਘ ਜੀ ਸਲੇਮ ਟਾਬਰੀ ਲੁਧਿਆਣਾ ਵਾਲੇ, ਮਹਾਮੰਡਲੇਸ਼ਵਰ ਸਵਾਮੀ ਸੰਤਾਨੰਦ ਜੀ ਜਲੰਧਰ, ਉਹਨਾਂ ਦੇ ਅਸਥਾਨ ਤੋਂ ਗੁਰਮੁਖ ਪਿਆਰੇ ਪਹੁੰਚੇ ਨੇ, ਜੀਓ ਆਇਆਂ। ਸੰਤ ਬਾਬਾ ਭਗਵਾਨ ਸਿੰਘ ਜੀ ਹਰਖੋਵਾਲ ਵਾਲੇ, ਉਹ ਵੀ ਭਾਈ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸੰਗਤਾਂ ਦੇ ਵਿਚਕਾਰ ਪਹੁੰਚੇ ਹਨ। ਸੰਤ ਪ੍ਰਕਾਸ਼ ਸਿੰਘ ਜੀ ਕਾਰਾਬਾਗ, ਉਹ ਵੀ ਭਾਈ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ। ਸੋ ਹੁਣ ਬੇਨਤੀ ਕਰਾਂ, ਸੰਤ ਬਾਬਾ ਹਰੀ ਸਿੰਘ ਜੀ ਤਰਨਾਦਾਲ ਬਾਬਾ ਬਕਾਲਾ ਸਾਹਿਬ ਵਾਲੇ, ਬਹੁਤ ਲੰਬੇ ਸਮੇਂ ਤੋਂ ਸੰਗਤਾਂ ਦੇ ਵਿਚਕਾਰ ਸੁਭਾਏਮਾਨ ਹਨ, ਦਰਸ਼ਨ ਦੀਦਾਰ ਕਰ ਰਹੇ ਨੇ, ਆਪਣੇ ਦਰਸ਼ਨ ਬਖਸ਼ਿਸ਼ ਕਰ ਰਹੇ ਨੇ। ਸਨਮਾਨਯੋਗ ਭਾਈ ਅਨਹਦ ਰਾਜ ਸਿੰਘ ਜੀ ਮਹਾਂਪੁਰਖਾਂ ਦਾ ਸਤਿਕਾਰ ਕਰਨਗੇ। ਸੰਤ ਬਾਬਾ ਹਰੀ ਸਿੰਘ ਜੀ ਤਰਨਾਦਾਲ ਬਾਬਾ ਬਕਾਲਾ ਸਾਹਿਬ ਵਾਲਿਆਂ ਦਾ, ਜੀਓ ਆਇਆਂ ਮਹਾਂਪੁਰਖਾਂ ਨੂੰ। ਬਾਬਾ ਤੇਜਿੰਦਰ ਸਿੰਘ ਜੀ ਜਿੰਦੂ ਨਾਨਕਸਰ ਕਲੇਰਾਂ ਤੋਂ, ਉਹ ਵੀ ਭਾਈ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਵਿਚਕਾਰ ਸੁਭਾਏਮਾਨ ਹਨ। ਸੰਤ ਬਾਬਾ ਹਰੀ ਸਿੰਘ ਜੀ ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਤਿਕਾਰਯੋਗ ਮਹਾਂਪੁਰਖਾਂ ਦਾ। ਇਸ ਦੇ ਨਾਲ ਹੀ ਸੰਤ ਬਾਬਾ ਬਲਦੇਵ ਸਿੰਘ ਜੀ ਜੋ ਪੰਥ ਦੀ ਮਹਾਨ ਸ਼ਖਸੀਅਤ ਹਨ, ਜੋ ਵਿਦਿਆਰਥੀਆਂ ਨੂੰ ਭਾਈ ਗੁਰਮਤਿ ਦੀ ਬ੍ਰਹਮ ਵਿਦਿਆ ਦਾ ਗਿਆਨ ਬਖਸ਼ਿਸ਼ ਕਰਦੇ ਨੇ, ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ, ਉਹ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਰਹੇ ਨੇ। ਸ਼੍ਰੀਮਤੀ ਅਵਨਾਸ਼ ਕੌਰ ਵਾਲੀਆ ਜੀ ਚੇਅਰਪਰਸਨ ਸਪਰਿੰਗਡੇਲ ਪਬਲਿਕ ਸਕੂਲ, ਉਹਨਾਂ ਦਾ ਵੀ ਧੰਨਵਾਦ, ਉਹ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸੰਗਤਾਂ ਵਿੱਚ ਆਏ ਹਨ। ਬੀਬੀ ਜਸਪ੍ਰੀਤ ਕੌਰ ਜੀ ਮਾਲਪੁਰ ਵਾਲੇ, ਜੀਓ ਆਇਆਂ, ਧੰਨਵਾਦ, ਉਹ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਰਹੇ ਹਨ। ਬਹੁਤ ਬਹੁਤ ਧੰਨਵਾਦ ਸਾਰੇ ਮਹਾਂਪੁਰਖਾਂ ਨੂੰ। ਸਤਿਕਾਰਤ ਹਸਤੀਆਂ ਜਿਤਨੇ ਵੀ ਵਿਦਵਾਨ ਸੱਜਣ ਮਹਾਰਾਜ ਜੀਆਂ ਦੇ ਪਾਸ ਪਹੁੰਚੇ ਹਨ, ਸਭ ਦਾ ਧੰਨਵਾਦ ਹੈ। ਕਦਮ ਕਦਮ ਸਿਰ ਮੱਥੇ, ਜੀਓ ਆਇਆਂ ਨੂੰ। ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਅੰਸ ਵੰਸ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ, ਉਹਨਾਂ ਦਾ ਵੀ ਧੰਨਵਾਦ। ਸੰਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲੇ, ਉਹ ਵੀ ਆਏ ਹਨ, ਜੀਓ ਆਇਆਂ, ਧੰਨਵਾਦ। ਸੋ ਹੁਣ ਬੇਨਤੀ ਹੈ
ਸੰਤ ਬਾਬਾ ਬਲਵਿੰਦਰ ਸਿੰਘ ਜੀ ਡੁਮੇਲੀ ਵਾਲੇ ਉਹ ਵੀ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਰਹੇ ਹਨ। ਜੀਓ ਆਇਆਂ ਨੂੰ ਧੰਨਵਾਦ। ਸੋ ਆਓ ਜਿਤਨੇ ਵੀ ਗੁਰਮੁਖ ਪਿਆਰੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਹਜ਼ੂਰ ਪਹੁੰਚੇ ਨੇ, ਸਭਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਭਾਈ ਜੇ ਕਿਸੇ ਗੁਰਮੁਖ ਦਾ ਨਾਮ ਸਟੇਜ ਤੋਂ ਅਨਾਉਂਸ ਨਹੀਂ ਹੁੰਦਾ ਤੇ ਆਪ ਜੀ ਕਿਰਪਾ ਕਰਕੇ ਜ਼ਰੂਰ ਦੱਸ ਦਿਆ ਕਰੋ, ਤਾਂ ਕਿ ਬੇਨਤੀ ਕਰਕੇ ਆਪ ਜੀ ਦੇ ਦਰਸ਼ਨ ਸੰਗਤਾਂ ਨੂੰ ਕਰਵਾ ਦਿੱਤੇ ਜਾਣ। ਸੋ ਬੇਨਤੀ ਹੈ ਸੰਤ ਬਾਬਾ ਸੰਤੋਖ ਸਿੰਘ ਜੀ ਰੱਬ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਦਾ ਵੀ ਸਨਮਾਨ ਮਹਾਂਪੁਰਖ ਕਰਨਗੇ। ਜੀਓ ਆਇਆਂ ਨੂੰ। ਆਓ ਜੀ ਮਹਾਂਪੁਰਖੋ। ਸੰਤ ਬਾਬਾ ਹਿੰਮਤ ਸਿੰਘ ਜੀ ਰਾਮਪੁਰ ਛੰਨਾ ਵਾਲੇ ਉਹ ਵੀ ਸੰਗਤਾਂ ਦੇ ਲੰਮੇ ਸਮੇਂ ਤੋਂ ਦਰਸ਼ਨ ਦੀਦਾਰ ਕਰ ਰਹੇ ਨੇ। ਉਹਨਾਂ ਨੂੰ ਬੇਨਤੀ ਹੈ ਭਾਈ ਅਨਹਰਾਜ ਸਿੰਘ ਜੀ ਦੇ ਪਾਸੋਂ ਉਹ ਆਪਣਾ ਸਨਮਾਨ ਭਾਈ ਸਟੇਜ ਤੇ ਆ ਕੇ ਪ੍ਰਾਪਤ ਕਰ ਲਓ ਜੀ। ਸੋ ਹੁਣ ਬੇਨਤੀ ਹੈ ਸਤਿਕਾਰਯੋਗ ਹਾਂਜੀ ਆਪ ਸਰਬ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਸਤਿਗੁਰੂ ਪਾਤਸ਼ਾਹ ਦੇ ਸੱਜ ਕਰਕੇ ਬੜੇ ਲੰਮੇ ਸਮੇਂ ਤੋਂ ਹਾਜ਼ਰੀਆਂ ਭਰ ਰਹੇ ਹੋ। ਸੋ ਹੁਣ ਬੇਨਤੀ ਹੈ ਸਤਿਕਾਰਯੋਗ ਸੰਤ ਬਾਬਾ ਧੰਨਾ ਸਿੰਘ ਜੀ ਬੜੂੰਦੀ ਵਾਲੇ ਉਹ ਕੁਝ ਸਮਾਂ ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਬਚਨਾਂ ਦੀ ਸਾਂਝ ਪਾਉਣਗੇ। ਸੋ ਆਓ ਮਹਾਂਪੁਰਖਾਂ ਪਾਸੋਂ ਗੁਰਮਤਿ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਰੱਬ ਰੰਗੀ ਰੂਹ ਨਾਮ ਰਤੜੇ ਮਹਾਂਪੁਰਸ਼ ਧੰਨ ਧੰਨ ਸੰਤ ਬਾਬਾ ਜਸਵੰਤ ਸਿੰਘ ਜੀ ਦੇ ਉਹਨਾਂ ਦੀ ਯਾਦ ਵਿੱਚ, ਉਹਨਾਂ ਦੇ ਇਸ ਪਵਿੱਤਰ ਸਥਾਨ ਤੇ ਦੂਰੋਂ ਨੇੜਿਓਂ ਚੱਲ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਦਾਸਾਂ ਦੀ ਵੀ ਹਾਜ਼ਰੀ ਪ੍ਰਵਾਨ ਕਰਦੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੋਚ ਰਿਹਾ ਸੀ ਧੰਨ ਧੰਨ ਬਾਬਾ ਜਸਵੰਤ ਸਿੰਘ ਮਹਾਰਾਜ ਜੀ ਨੇ ਆਪਣੇ ਪਿਆਰ ਦੇ ਕਲਾਵੇ ਵਿੱਚ ਕਿੰਨੀ ਸੰਗਤ ਨੂੰ ਲੈ ਕੇ ਜਿਹੜਾ ਪਿਆਰ ਦਾ ਚਸ਼ਮਾ ਫੁੱਟ ਰਿਹਾ ਸੀ, ਉਸ ਪਿਆਰ ਦੇ ਚਸ਼ਮੇ ਨੂੰ ਨਿਰੰਤਰ ਉਸੇ ਤਰ੍ਹਾਂ ਜਾਰੀ ਰੱਖਦਿਆਂ ਉਹਨਾਂ ਦੇ ਉੱਤਰਾਧਿਕਾਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਨਹਦ ਰਾਜ ਸਿੰਘ ਜੀ ਉਸੇ ਤਰ੍ਹਾਂ ਹੀ ਰੰਗ ਭਾਗ ਲੱਗੇ ਨੇ। ਚੜ੍ਹਦੀ ਕਲਾ ਵਿੱਚ ਸਾਰੇ ਸਮਾਗਮ ਨੇ। ਭਾਵੇਂ ਮਹਾਂਪੁਰਸ਼ਾਂ ਦੇ ਸਰੀਰ ਦੇ ਜਾਣ ਤੋਂ ਬਾਅਦ ਕਈ ਪਰੇਸ਼ਾਨੀਆਂ ਆਉਂਦੀਆਂ ਨੇ, ਕਈ ਸਮੇਂ ਐਸੇ ਆਉਂਦੇ ਨੇ ਅਸੀਂ ਦੇਖਦੇ ਹਾਂ ਸਾਰਾ ਕੁਝ, ਪਰ ਉਹਨਾਂ ਮਹਾਂਪੁਰਸ਼ਾਂ ਦਾ ਤਪ ਤੇਜ, ਨਾਮ ਦਾ ਪ੍ਰਤਾਪ, ਉਹਨਾਂ ਦਾ ਪਿਆਰ, ਉਹਨਾਂ ਦਾ ਪਰਪਕਾਰ, ਉਹ ਸਾਖੀ ਸਭ ਆਪ ਸੰਗਤਾਂ ਦੇਖ ਰਹੇ ਹੋ। ਜਦੋਂ ਹੁਣ ਆ ਰਹੇ ਸੀ ਅੱਧਾ ਪੌਣਾ ਘੰਟਾ ਸਾਨੂੰ ਟ੍ਰੈਫਿਕ ਵਿੱਚ ਹੀ ਲੱਗ ਗਿਆ। ਬੇਅੰਤ ਸੰਗਤਾਂ ਦਾ ਪਿਆਰ ਤੇ ਸੰਗਤਾਂ ਉਮੜ ਕੇ ਆ ਰਹੀਆਂ ਨੇ। ਐਸੇ ਸਤਿਪੁਰਸ਼ ਜਿਹੜੇ ਨੇ ਆਪ ਜੀ ਨੇ ਮਹਾਨ ਮਹਾਂਪੁਰਸ਼ਾਂ ਪਾਸੋਂ, ਮਹਾਨ ਵਿਦਵਾਨਾਂ ਪਾਸੋਂ ਆਪ ਜੀ ਨੇ ਕਾਫੀ ਲੰਮੇ ਸਮੇਂ ਤੋਂ ਸਰਵਣ ਕੀਤਾ ਹੈ। ਤੇ ਮੇਰਾ ਤਾਂ ਮਨ ਇਹ ਸੀ ਕਿ ਮਹਾਂਪੁਰਸ਼ਾਂ ਨੂੰ ਬੇਨਤੀ ਕਰੀਏ ਕਿ ਬਸ ਦਾਸ ਦੀ ਹਾਜ਼ਰੀ ਨਾਮ ਬੋਲ ਕੇ ਲੱਗ ਗਈ, ਇਸ ਸਥਾਨ ਤੇ ਆਏ, ਸੀਸ ਨਵਾਇਆ, ਮੱਥਾ ਟੇਕਿਆ ਤੇ ਸਾਡੀ ਹਾਜ਼ਰੀ ਲੱਗ ਗਈ ਹੈ। ਕਿਉਂਕਿ ਸਾਡੇ ਸਤਿਕਾਰਯੋਗ ਬਾਬਾ ਘਾਲਾ ਸਿੰਘ ਜੀ ਨਾਨਕਸਰ ਤੋਂ ਦਰਸ਼ਨ ਦੇ ਰਹੇ ਨੇ। ਹੋਰ ਬੇਅੰਤ ਮਹਾਂਪੁਰਸ਼ ਜਿਹੜੇ ਉਹਨਾਂ ਦੇ ਨਾਲ ਵੀ ਆਏ ਨੇ, ਉਹਨਾਂ ਤੋਂ ਬਿਨਾਂ ਵੀ ਮਹਾਂਪੁਰਸ਼ ਬੈਠੇ ਆ, ਉਹਨਾਂ ਦੇ ਅਪਾਰ ਅਮੋਲਕ ਬਚਨ ਸਾਪਾਂ ਸਾਰਿਆਂ ਨੇ ਸਰਵਣ ਕਰਨੇ ਆ। ਸੋ ਇਸ ਕਰਕੇ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ, ਇਹ ਸਾਨੂੰ ਨਾਮ ਨਾਲ, ਬਾਣੀ ਨਾਲ, ਗੁਰੂ ਨਾਲ ਜੋੜਦੀਆਂ ਨੇ।
ਇਸ ਸੰਸਾਰ ਵਿੱਚ ਆਉਂਦੇ ਹੀ ਮਹਾਂਪੁਰਸ਼ ਪਰਉਪਕਾਰ ਵਾਸਤੇ ਨੇ, ਆਪਣੇ ਸਰੀਰ ਦੇ ਹੁੰਦਿਆਂ ਵੀ ਪਰਉਪਕਾਰ ਕਰਦੇ ਨੇ। ਜਿਸ ਸੰਸਾਰ ਵਿੱਚ ਆਏ, ਜਨਮ ਧਾਰਿਆ, ਅਵਤਾਰ ਲਿਆ ਉਹਨਾਂ ਨੇ, ਜਨਮ ਹੋਇਆ ਤੇ ਉਹਨਾਂ ਦੇ ਜਨਮ ਦਿਹਾੜੇ ਮਨਾਏ ਜਾਂਦੇ ਨੇ, ਉਹ ਵੀ ਪਰਉਪਕਾਰ ਵਾਸਤੇ। ਆਪਣੀ ਸਾਰੀ ਜ਼ਿੰਦਗੀ ਜੋ ਇਸ ਸਰੀਰ ਦੇ ਵਿੱਚ ਬਤੀਤ ਕਰਦੇ ਨੇ, ਉਹ ਸਾਰਾ ਜੀਵਨ ਜਿੰਨਾ ਹੁੰਦਾ ਉਹ ਪਰਉਪਕਾਰ ਵਾਸਤੇ ਹੁੰਦਾ। ਕਿੱਡੇ ਕਿੱਡੇ ਹਸਪੀਟਲ, ਡੈਂਟਲ ਕਾਲਜ, ਹੋਰ ਬੇਅੰਤ ਅਦਾਰੇ ਨੇ ਜਿਹੜੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਉਹਨਾਂ ਮਹਾਂਪੁਰਸ਼ਾਂ ਨੇ ਆਪਣੀ ਬੜੀ ਕਮਾਈ ਤੇ ਘਾਲਣਾ ਘਾਲ ਕੇ ਐਡਾ ਵੱਡਾ ਜਿਹੜਾ ਪ੍ਰੋਜੈਕਟ ਤਿਆਰ ਕੀਤੇ ਨੇ ਸਾਡੇ ਪਰਉਪਕਾਰ ਲਈ। ਮਹਾਂਪੁਰਸ਼ਾਂ ਦੀ ਘਾਲਣਾ ਹੈ ਉਹਨਾਂ ਦੀ, ਉਸ ਘਾਲਣਾ ਨੂੰ ਉਹ ਵੀ ਪਰਉਪਕਾਰ ਹੈ। ਤੇ ਮਹਾਂਪੁਰਸ਼ ਸੰਸਾਰ ਤੋਂ ਜਾਂਦੇ ਨੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਰੀਰ ਅਲੋਪ ਹੁੰਦਾ ਹੈ ਤੇ ਉਹਨਾਂ ਦੀ ਕਮਾਈ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ, ਉਹਨਾਂ ਨੂੰ ਅੱਜ ਵੀ ਅਸੀਂ ਸਾਰੇ ਯਾਦ ਕਰਦੇ ਹਾਂ। ਹਮੇਸ਼ਾ ਮਹਾਂਪੁਰਸ਼ ਅਮਰ ਨੇ। ਜੇ ਮੈਂ ਉਹਨਾਂ ਦੇ ਬਚਨ ਸੁਣਾਵਾਂ, ਬੇਅੰਤ ਉਹਨਾਂ ਦੇ ਬਚਨ, ਦਾਸ ਨੇੜੇ ਰਹਿ ਕੇ ਵੀ ਦਰਸ਼ਨ ਕੀਤੇ ਨੇ। ਤੇ ਥੋੜਾ ਜਿਹਾ ਸਮਾਂ ਹੋਇਆ, ਮਹੀਨਾ ਡੇਢ ਮਹੀਨਾ, ਬਾਬਾ ਜੀ ਮਹਾਂਪੁਰਸ਼ ਭਾਈ ਸਾਹਿਬ ਭਾਈ ਅਨਹਦ ਰਾਜ ਸਿੰਘ ਜੀ, ਉਹਨਾਂ ਨੇ ਬੇਅੰਤ ਬਚਨ ਉਹਨਾਂ ਦੇ ਜਿਹੜੇ ਹੁਣ ਵਰਤਮਾਨ ਵਿੱਚ ਵਰਤ ਰਹੇ ਨੇ, ਤੇ ਉਹਨਾਂ ਨੇ ਆਪ ਸਰੀਰ ਦੇ ਹੁੰਦਿਆਂ ਆਪ ਬਚਨ ਕੀਤੇ ਸੀ, ਹੁਣ ਵਰਤ ਰਹੇ ਆ। ਇਹ ਮਹਾਂਪੁਰਸ਼ਾਂ ਦੀ ਕਮਾਈਆਂ। ਜੇ ਬਚਨ ਸੁਣਾਈਏ ਸਮਾਂ ਕਾਫੀ ਲੰਮਾ ਹੋ ਜਾਣਾ ਹੈ, ਮੈਂ ਬਹੁਤ ਸੰਕੋਚ ਕਰ ਰਿਹਾ। ਬਸ ਇੰਨੀ ਕੁ ਹਾਜ਼ਰੀ ਭਰਨੀ ਹੈ ਦਾਸ ਦੇ ਨਾਲ। ਨਾਨਕਸਰ ਤੋਂ ਸੰਤ ਤੇਜਿੰਦਰ ਸਿੰਘ ਜੀ ਜਿੰਦੂ ਜੀ, ਉਹ ਕਹਿੰਦੇ ਦਾਸ ਦੀ ਵੀ ਹਾਜ਼ਰੀ ਬੋਲ ਕੇ ਲਵਾ ਦੇਣੀ। ਬੁਲਾਰੇ ਬਹੁਤ ਬੈਠੇ ਨੇ, ਮਹਾਂਪੁਰਸ਼ ਬੈਠੇ ਨੇ। ਅਸਲ ਸਿਆਣਾ ਵਕਤਾ ਉਹੀ ਹੁੰਦਾ ਹੈ ਜਿਹੜਾ ਸਮੇਂ ਦੀ ਨਿਜਾਕਤ ਨੂੰ ਦੇਖਦੇ ਆ, ਆਪਣਾ ਸਮੇਂ ਵਿੱਚ ਰਹਿ ਕੇ ਹੀ ਉਹਨਾਂ ਮਹਾਂਪੁਰਸ਼ਾਂ ਨੂੰ ਸਮਾਂ ਦੇਣਾ। ਇਹਦੇ ਵਿੱਚ ਸਿਆਣਪ ਸਮਝਦਾ ਮੈਂ। ਇੰਨੀ ਕੁ ਹਾਜ਼ਰੀ ਦਾਸ ਆਪ ਜੀ ਦੇ ਸੰਗਤਾਂ ਵਿੱਚ ਲਵਾਉਂਦੇ ਆ। ਮਹਾਂਪੁਰਸ਼ਾਂ ਤੋਂ, ਸਾਰੇ ਆਈਆਂ ਸੰਗਤਾਂ ਤੋਂ ਕੋਈ ਵੱਧ ਘੱਟ ਲਫ਼ਜ਼ ਬੋਲਿਆ ਗਿਆ, ਮਾਫੀ ਚਾਹੁੰਦਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਧੰਨਾ ਸਿੰਘ ਜੀ ਬੜੂੰਦੀ ਵਾਲੇ। ਸੋ ਭਾਈ ਅਨਹਦ ਰਾਜ ਸਿੰਘ ਜੀ ਮਹਾਂਪੁਰਖਾਂ ਦਾ ਸਨਮਾਨ ਕਰਨਗੇ। ਸੋ ਹੁਣ ਬੇਨਤੀ ਕਰਾਂ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨੇ ਵਾਲੇ, ਉਹ ਬੜੇ ਲੰਬੇ ਸਮੇਂ ਤੋਂ ਸੰਗਤਾਂ ਦੇ ਵਿਚਕਾਰ ਸੁਭਾਏਮਾਨ ਹਨ। ਖਿਮਾ ਦੇ ਜਾਜਕਾ ਮਾਫੀ ਚਾਹੁੰਦੇ ਆ ਕਿ ਉਹਨਾਂ ਨੂੰ ਸਮਾਂ ਦੇਣ ਵਿੱਚ ਥੋੜਾ ਲੇਟ ਹੋਏ। ਸੰਤ ਬਾਬਾ ਮੋਹਨ ਸਿੰਘ ਜੀ ਬਾਰਨੇ ਵਾਲੇ, ਬਾਬਾ ਜਿੰਦੂ ਜੀ ਨੂੰ ਬੇਨਤੀ ਹੈ ਜੀ, ਉਹ ਵੀ ਆ ਕੇ ਆਪਣਾ ਸਨਮਾਨ, ਜੋ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਆਏ ਨੇ, ਜੀਓ ਆਇਆਂ, ਧੰਨਵਾਦ। ਸੋ ਆਓ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨੇ ਵਾਲੇ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ, ਉਹ ਵੀ ਭਾਈ ਸੰਗਤਾਂ ਦੇ ਵਿਚਕਾਰ ਸੁਭਾਏਮਾਨ ਹਨ। ਜੀਓ ਆਇਆਂ, ਧੰਨਵਾਦ ਜੋ ਮਹਾਂਪੁਰਖਾਂ ਨੇ ਆ ਕਰਕੇ ਸਾਨੂੰ ਆਪਣੇ ਦਰਸ਼ਨ ਬਖਸ਼ਿਸ਼ ਕੀਤੇ ਨੇ। ਸੋ ਆਓ ਮਹਾਂਪੁਰਖਾਂ ਤੋਂ ਗੁਰਮਤਿ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਜਿਨ ਆਇਆ ਤੇ ਜਗਤ ਤਾਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ ਆਇਆ ਤੇ ਜਗਤ ਤਾਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ ਆਇਆ ਤੇ ਜਗਤ ਤਰ ਜਾਵੇ, ਧਨ ਧਨ ਆਉਣਾ ਉਹਨਾਂ ਦਾ। ਜਿਨ ਆਇਆ ਤੇ ਜਗਤ ਤਰ ਜਾਵੇ, ਧਨ ਧਨ
ਗਤ ਤਰ ਜਾਵੇ, ਧਨ ਧਨ ਓਣਾ ਓਣਾ ਦਾ। ਇਹ ਧਨ 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 ਜਨ ਆਇਆ, ਜਿਸ ਪਰ ਸਾਧ ਸਭ ਜਗਤ ਰਾਇਆ। ਜਨ ਆਵਨ ਕਾ ਇਹ ਸੋ ਆਓ, ਜਨ ਕੈ ਸੰਗ ਤਿਤ ਆਵੈ ਨਾਉ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਹੱਥ ਜੋੜ ਲੈਂਦਾ ਨਾ, ਉਹਨੂੰ ਕਿਤੇ ਹੋਰ ਹੱਥ ਜੋੜਨ ਦੀ ਲੋੜ ਨਹੀਂ ਪੈਂਦੀ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਦਿੰਦਾ, ਉਹਨੂੰ ਫਿਰ ਹੋਰ ਕਿਤੇ ਝੁਕਾਉਣ ਦੀ ਲੋੜ ਨਹੀਂ ਪੈਂਦੀ। ਆਓ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸ੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਜੀ ਮਹਾਰਾਜ, ਮੈਨੂੰ ਯਾਦ ਆਇਆ ਉਹ ਸਮਾਂ ਜਦੋਂ ਅਸੀਂ ਜੋਧਪੁਰ ਦੀ ਜੇਲ੍ਹ ਕੱਟ ਕੇ ਆਏ ਨਾ, 84 ਚ ਦਰਬਾਰ ਸਾਹਿਬ ਤੋਂ ਫੜੇ ਗਏ, ਤੇ ਉਸ ਸਮੇਂ ਕੋਈ ਵੀ ਐਸਾ ਵਿਅਕਤੀ ਨਹੀਂ ਸੀ ਜਿਹੜਾ ਆਇਆਂ ਨੂੰ ਝੱਲ ਲੈਂਦਾ। ਬਾਬਾ ਜੀ ਨੂੰ ਪਤਾ ਲੱਗਾ, ਕਿਉਂਕਿ ਬਚਪਨ ਤੋਂ ਪਿਆਰ ਸੀ, ਬਹੁਤ ਸਮੇਂ ਤੋਂ ਇਹਨਾਂ ਦਾ ਨਗਰ, ਉਹਨਾਂ ਦੇ ਨੇੜੇ ਮਹਿਦਪੁਰ ਉਲੱਦਣੀ ਵਾਲੇ ਸੰਤਾਂ ਕੋਲ ਦਾਸ ਉਦੋਂ ਪਹਿਲਾਂ ਪੜ੍ਹਿਆ ਸੀ। ਮਹਾਂਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ, ਇਹ ਗੁਰੂ ਕਾ ਸਥਾਨ, ਗੁਰੂ ਕੇ ਸਿੱਖਾਂ ਵਾਸਤੇ ਹੈ। ਉਸ ਸਮੇਂ ਸਾਨੂੰ ਇੱਥੇ ਮਹਾਂਪੁਰਖਾਂ ਨੇ ਰੱਖਿਆ। ਜਿਵੇਂ ਕਿਸੇ ਨੇ ਅੱਖੀ ਦੇਖਿਆ ਹੋਵੇਗਾ, ਕਿਸੇ ਨੇ ਕੰਨਾਂ ਨਾਲ ਸੁਣਿਆ ਹੋਵੇਗਾ, ਲਗਭਗ 1.5-2 ਸਾਲ ਮਹਾਂਪੁਰਖਾਂ ਦੇ ਨਾਲ 24 ਘੰਟੇ ਵਿਚਰੇ ਵੇਖਿਆ ਕਿ ਇੰਨਾ ਉੱਚਾ ਸੁੱਚਾ ਪਰਉਪਕਾਰੀ ਜੀਵਨ। ਜਦੋਂ ਵੀ ਕਿਤੇ ਕੋਈ ਵੀ ਨਜ਼ਰ ਆ ਜਾਵੇ ਲੋੜਵੰਦ, ਇੱਕ ਵਾਰੀ ਦੀ ਮੈਨੂੰ ਗੱਲ ਯਾਦ ਆ, ਇੱਥੇ ਕੋਈ ਆਇਆ ਜਿਹੜਾ ਗਰੀਬੜਾ ਸਿੱਖ, ਤੇ ਉਹ ਕਹਿਣ ਲੱਗਾ ਜੀ ਮੇਰੇ ਕੋਲ ਠੰਡ ਹੈ, ਕੋਈ ਲੈਣ ਨੂੰ ਕੱਪੜਾ ਨਹੀਂ। ਤੇ ਮਹਾਂਪੁਰਖਾਂ ਨੇ ਭਾਈ ਦਰਸ਼ਨ ਸਿੰਘ ਨੂੰ ਕਿਹਾ ਵੀ ਜਾ ਲੋਈ ਲੈ ਕੇ ਆ। ਉਹ ਲੋਈ ਲੈਣ ਗਿਆ, ਕਿਤੇ ਟਾਈਮ ਲੱਗ ਗਿਆ, ਜਿਹੜੀ ਆਪਣੇ ਉੱਤੇ ਲਈ ਹੋਈ ਸੀ ਉਹ ਹੀ ਲਾ ਕੇ ਦੇਤੀ। ਜਿਹਨੂੰ ਦੇ ਰਹੇ ਸਨ ਉਹ ਕਹਿੰਦਾ ਰਹਿਣ ਦਿਓ ਜੀ, ਤੁਹਾਡੀ ਆਪਣੀ ਹੈ। ਕਹਿੰਦੇ ਤੇਰੀ ਹੋਈ ਹੈ। ਸਤਿ ਸ਼੍ਰੀ ਅਕਾਲ। ਸੋ ਪਿਆਰਿਓ, ਆਓ ਮਹਾਂਪੁਰਖਾਂ ਦਾ ਜੀਵਨ, ਕਈ ਵਾਰ ਵਿਚਾਰ ਆਉਣਾ ਕਿ ਮਹਾਂਪੁਰਖਾਂ ਨੇ ਬਹੁਤ ਵੱਡੇ ਕਾਰਜ ਰੰਭੇ ਨੇ। ਅਕਸਰ ਨੂੰ ਦੇਖਣ ਵਿੱਚ ਆਇਆ, ਜਿਹੜਾ ਵੀ ਕੋਈ ਮਹਾਂਪੁਰਖ ਵੱਡਾ ਮਾਰਕਾ ਮਾਰ ਕੇ ਜਾਂਦੇ ਨੇ ਨਾ, ਉਸ ਤੋਂ ਬਾਅਦ ਵਿੱਚ ਸੰਭਾਲਣ ਵਾਸਤੇ ਬੜੀ ਮੁਸ਼ਕਲ ਆਉਂਦੀ ਹੈ। ਆਪਾਂ ਵੇਖਿਆ ਬਹੁਤ ਸਾਰੀਆਂ ਸੰਸਥਾਵਾਂ, ਪਰ ਉਸ ਸਮੇਂ ਬੜੀ ਤਸੱਲੀ ਹੋਈ। ਅੱਜ ਵੀ ਵੇਖ ਕੇ ਬਾਬਾ ਅਨਹਦ ਰਾਜ ਸਿੰਘ ਜੀ ਉਸੇ ਹੀ ਤਰ੍ਹਾਂ, ਕੇਵਲ ਸਰੀਰ ਦਾ ਫਰਕ ਹੈ। ਆਏ ਗਏ ਮਹਾਂਪੁਰਖਾਂ ਦੇ ਨਾਲ ਪਿਆਰ, ਆਏ ਗਏ ਮਹਾਂਪੁਰਖਾਂ ਦੀ ਸੇਵਾ। ਕੱਲ ਹੀ ਸ੍ਰੀਮਾਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਪਰਸੋਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਉਹ ਹੋ ਕੇ ਗਏ ਤੇ ਕਹਿਣ ਲੱਗੇ ਬਾਬਾ ਜੀ ਫਰਕ ਨਜ਼ਰ ਆਉਂਦਾ ਹੀ ਨਹੀਂ। ਉਹਨਾਂ ਦਾ ਹੀ ਰੂਪ, ਉਹਨਾਂ ਦੀ ਤਰ੍ਹਾਂ ਸਾਨੂੰ ਪਿਆਰ ਦਿੱਤਾ ਹੈ। ਆਓ ਮਹਾਂਪੁਰਖਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਨੇ। ਕਿਉਂ ਮਨਾਈਆਂ ਜਾ ਰਹੀਆਂ ਨੇ? ਕਿਉਂਕਿ ਉਹਨਾਂ ਨੇ ਰੱਬ ਨੂੰ ਮਨਾਇਆ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ, ਕਿਉਂਕਿ ਸਮਾਂ ਬਹੁਤਾ ਨਹੀਂ ਲਾਉਣਾ। ਇੱਕ ਧਾਰਨਾ ਪੜ ਕੇ ਆਪਾਂ ਸਮਾਪਤੀ ਕਰ ਦੇਣੀ ਹੈ। ਵੱਡੇ ਵੱਡੇ ਮਹਾਂਪੁਰਖ, ਬਹੁਤ ਵਿਦਿਆ ਮਹਾਰਤੰਡ, ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਬਾਬਾ ਕਾਲਾ ਸਿੰਘ ਜੀ ਮਹਾਰਾਜ ਅਤੇ ਮਹਾਂਪੁਰਖ
ਜੋ ਜੌੜਾ ਤੋਂ ਆਏ ਹੋਏ ਨੇ, ਹੋਰ ਬੇਅੰਤ ਮਹਾਂਪੁਰਖ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ। ਕੇਵਲ ਟੂਕ ਮਾਤਰ ਆਓ ਆਪਾਂ ਸਾਰੇ ਕਿਉਂ ਆਏ ਆ? ਗੁਰੂ ਕੀ ਬਾਣੀ ਦਾ ਫੈਸਲਾ ਹੈ। ਗੁਰੂ ਕੀ ਬਾਣੀ ਵਿੱਚ ਦੋ ਨੂੰ ਸੋਹਣੇ ਆਖਿਆ, ਉਹ ਕਿਹੜੇ ਕਿਹੜੇ? ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਹੜੇ ਸਾਧ ਸੰਗਤ ਵਿੱਚ ਬਹਿੰਦੇ ਨੇ ਉਹ ਸੋਹਣੇ ਨੇ, ਤੇ ਦੂਜੇ ਜਿਹੜੇ ਰੱਬ ਦੇ ਗੁਣ ਗਾਉਂਦੇ ਨੇ, ਵਾਹੋ ਵਾਹੋ ਕਰ ਹੈ ਸੇਈ ਜਨ ਸੋਹਣੇ। ਪਿਆਰਿਓ, ਆਪਾਂ ਇੱਕ ਜਦੋਂ ਵੀ ਭਾਈ ਸਾਹਿਬ ਅਰਦਾਸ ਕਰਦੇ ਨੇ ਕਹਿੰਦੇ ਆ ਤੀਨੇ ਤਾਪ। ਤਿੰਨ ਤਾਪ ਕਿਹੜੇ? ਆਦ ਵਿਆਦ ਤੇ ਉਪਾਦ। ਇਹ ਪਿਆਰਿਓ ਤਿੰਨ ਤਾਪ ਉਦੋਂ ਉਤਰ ਜਾਂਦੇ ਨੇ ਜਦੋਂ ਆਪਾਂ ਗੁਰੂ ਕੀ ਬਾਣੀ ਸੁਣਦੇ ਆ। ਦੁੱਖ ਰੋਗ ਸੰਤਾਪ ਉਤਰੇ, ਇਹ ਤਿੰਨੇ ਹੀ ਉਤਰ ਜਾਂਦੇ ਨੇ ਕਦੋਂ? ਜਦੋਂ ਸੁਣੀ ਸੱਚੀ ਬਾਣੀ, ਜਦੋਂ ਭਾਵਨਾ ਨਾਲ ਸੱਚੀ ਬਾਣੀ ਸੁਣਾਂਗੇ। ਪਰ ਇੱਥੇ ਗੱਲ ਨਹੀਂ ਮੁੱਕਦੀ, ਕਿਉਂਕਿ ਇਹ ਇਸ ਲੋਕ ਦੇ ਤਾਪ ਨੇ, ਇਸ ਲੋਕ ਵਿੱਚ ਹੀ ਲੈ ਜਾਣਗੇ। ਪਰ ਆਪਾਂ ਜਾਣਾ ਪਰਲੋਕ ਵਿੱਚ। ਪਰਲੋਕ ਵਿੱਚ ਅੱਗੇ ਕਿਵੇਂ ਜਾਇਆ ਜਾਵੇ? ਉਹ ਇਹ ਹੈ, ਨਾਨਕ ਭਾਉ ਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਆਓ ਕਿ ਰਸਨਾ ਵਾਂਝੀ ਨਾ ਰਵੇ। ਪਹਿਲਾਂ ਦਾਸ ਧਾਰਨਾ ਬੋਲਣਗੇ, ਫਿਰ ਜਥੇ ਵਾਲੇ ਸਿੰਘ, ਫਿਰ ਬਾਕੀ ਸਾਰੀ ਸੰਗਤ ਗੱਜ ਵੱਜ ਕੇ ਬੋਲਣਾ। ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜਣ ਆਈ। ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜਣ ਆਈ। ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜਣ ਆਈ। ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜਣ। ਸੰਗਤ ਗੱਜ ਕੇ ਪਰਜਾ ਪੂਜਣ ਆਈ ਤਿੰਨ ਕੋ ਪਰਜਾ ਪੂਜਣ ਆਈ। ਪਰਜਾ ਪੂਜਣ ਆਈ, ਪਰਜਾ ਪੂਜਣ ਆਈ। ਪਰਜਾ ਪੂਜਣ ਆਈ, ਪਰਜਾ ਪੂਜਣ ਆਈ। ਜਨਮ ਮਰਨ ਕੋ ਮਨਾਹੀ। ਜਨਮ ਮਰਨ ਕਰ ਤਨ ਹਰ ਨਾਮਾ।
संत तुम्हारे। सच्चा अमर सच्ची पातशाही सच्चे सेती राते। सच्चा अमर सच्ची पातशाही सच्चे सेती राते। सच्चा सुख सच्ची वड्याई जिसके से दिन जाते। सच्चा सुख सच्ची वड्याई जिसके से दिन जाते। जिसके से दिन जाते। जिसके से दिन जाते। दिन जाते। दिन जाते। पागल खड़े हर संत तुम्हारे। पागल खड़े हर संत तुम्हारे। जिन कर तन हर नामा। जिन कर तन हर नामा। हर नामा। हर नामा। पागल ठड़े हर संत तुम्हारे। पागल ठड़े हर संत तुम्हारे। ਅੱਖਾਂ ਫੇਰੀ ਪਾਣੀ ਢੋਰ ਜਨ ਕੇ ਪੀਸ ਪੀਸ ਕਮਾਵਾ। ਅੱਖਾਂ ਫੇਰੀ ਪਾਣੀ ਢੋਵਾ ਹਰ ਜਨ ਕੇ ਪੀਸਣ ਪੀਸ ਕਮਾਵਾ। ਨਾਨਕ ਕੀ ਪ੍ਰਭ ਆਸ ਬੇਨੰਤੀ ਤੇਰੇ ਜਨ ਦੇਖਣ ਆਵਾ। ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ। ਤੇਰੇ ਜਨ ਦੇਖਣ ਪਾਵਾ। ਤੇਰੇ ਜਨ ਦੇਖਣ ਪਾਵਾ। ਦੇਖਣ ਪਾਵਾ। ਦੇਖਣ ਪਾਵਾ। ਪਾਗਲ ਠੜੇ ਹਰ ਸੰਤ तुम्हारे। पागल ठड़े हर संत तुम्हारे। जिन कर तन हर नामा। जिन कर तन हर नामा। हर नामा। हर नामा।
हर संत तुम्हारे भाग खड़े, हर संत तुम्हारे। वाहे गुरु वाहे गुरु वाहे गुरु वाहे गुरु वाहे गुरु भाग खड़े हर संत तुम्हारे, दिन कर धन हर नामा, हर नामा। परवान गणी से आए, परवान गणी से आए, सतना के नामा, सफल तना के ਕੋਟ ਕੋਟ ਸ਼ੁਕਰਾਨਾ ਹੈ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੇ ਹਰ ਵਾਰ ਵਾਂਗ ਤਰਸ ਕੀਤਾ, ਆਪਣੀ ਗੋਦ ਵਿੱਚ ਸਜਾਇਆ, ਆਪਣਾ ਨਾਮ ਜਪਾਇਆ, ਆਪਣੇ ਦਰਸ਼ਨ ਬਖਸ਼ੇ, ਆਪਣੇ ਪਿਆਰਿਆਂ ਦੇ ਦਰਸ਼ਨ ਬਖਸ਼ੇ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਆਪਣੀ ਕਿਰਪਾ ਕਰਦੇ ਰਹਿਣ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕਰਕੇ ਆਪਣਾ ਨਾਮ ਜਪਾਉਂਦੇ ਰਹਿਣ, ਆਪਣੇ ਦਰਸ਼ਨ ਬਖਸ਼ਦੇ ਰਹਿਣ, ਆਪਣੇ ਪਿਆਰਿਆਂ ਦੀ ਯਾਦ ਵਿੱਚ, ਪ੍ਰੇਮ ਵਿੱਚ, ਪਿਆਰ ਵਿੱਚ ਭੇ ਕੇ ਆਪਣਾ ਉਪਦੇਸ਼ ਆਪ ਕਮਾਉਂਦੇ ਰਹਿਣ। ਐਸੀ ਕਿਰਪਾ ਸਤਿਗੁਰ ਸਾਡੇ ਸਾਰਿਆਂ ਤੇ ਕਰਨ। ਸਤਿ ਸ਼੍ਰੀ ਅਕਾਲ। ਜੋ ਇੱਥੇ ਹੁਣ ਸਮਾਗਮਾਂ ਦੀ ਸਮਾਪਤੀ ਹੋਵੇਗੀ, ਸੰਪੂਰਨਤਾ ਹੋਵੇਗੀ। ਸਤਿ ਸ਼੍ਰੀ ਅਕਾਲ। ਜਿਨ੍ਹਾਂ ਜਿਨ੍ਹਾਂ ਪਿਆਰਿਆਂ ਨੇ ਪਿਛਲੇ ਕਈ ਰੋਜ਼ਾਂ ਤੋਂ ਦਿਨ ਰਾਤ ਇੱਕ ਕਰਕੇ ਨਾ ਸੌਣ ਦਾ ਵਿਚਾਰ ਕੀਤਾ, ਨਾ ਖਾਣ ਦਾ, ਨਾ ਪਹਿਨਣ ਦਾ, ਨਾ ਆਰਾਮ ਦਾ, ਪ੍ਰੇਮ ਵਿੱਚ, ਵਿਰਾਗ ਵਿੱਚ, ਪਿਆਰ ਵਿੱਚ ਭਿੱਜ ਕੇ ਉਸੇ ਉਤਸ਼ਾਹ ਨਾਲ, ਉਸੇ ਚਾਅ ਨਾਲ ਸੇਵਾ ਕੀਤੀ, ਉਹਨਾਂ ਸਾਰਿਆਂ ਗੁਰਮੁਖਾਂ ਦਾ, ਸਿੰਘਾਂ ਦਾ, ਸਿੰਘਣੀਆਂ ਦਾ, ਸੇਵਾਦਾਰਾਂ ਦਾ ਧੰਨਵਾਦ। ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਕਰਦੇ ਰਹਿਣ। ਜੋ ਦੇਸ਼ਾਂ ਵਿਦੇਸ਼ਾਂ ਤੋਂ, ਪਿੰਡਾਂ ਤੋਂ, ਦੂਰੋਂ ਦਰਾਡੇ ਸੰਗਤਾਂ ਚੱਲ ਕਰਕੇ ਆਈਆਂ ਹਨ, ਕਦਮ ਕਦਮ ਚੱਲਿਆ ਸਿਰ ਮੱਥੇ,
ਸਤਿਗੁਰ ਆਪ ਸਾਰਿਆਂ ਦਾ ਆਇਆ ਸਫਲਾ ਕਰਨ। ਜਿਸ ਪ੍ਰਾਣੀ ਨੇ ਜਿਸ ਰੂਪ ਵਿੱਚ ਕੋਈ ਸੇਵਾ ਕੀਤੀ ਹੈ, ਮਹਾਰਾਜ ਸੇਵਾ ਥਾਂ ਪਾਉਣ। ਵੱਖ-ਵੱਖ ਚੈਨਲਾਂ ਦੇ ਵੀਰ ਕਈ ਦਿਨ ਤੋਂ ਸੇਵਾ ਕਰ ਰਹੇ ਹਨ। ਫਸਟ ਵੇ ਚੈਨਲ ਵਾਲੇ, ਫਤਿਹ ਚੈਨਲ ਵਾਲੇ, ਆਪ ਸਾਰਿਆਂ ਦਾ ਵੀ ਧੰਨਵਾਦ। ਇੰਗਲੈਂਡ ਵਿੱਚ ਬੈਠੇ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਕਲਿਫਟਨ ਰੋਡ ਵਿਖੇ ਜੋ ਸੰਗਤਾਂ ਵੀਜ਼ਾ ਨਾ ਖੁੱਲ੍ਹਣ ਕਰਕੇ ਇੰਡੀਆ ਇਤਕੀ ਸਮਾਗਮ ਦੇ ਨਹੀਂ ਆ ਸਕੀਆਂ, ਉੱਥੇ ਸਥਾਨ ਵਿੱਚ ਉੱਥੋਂ ਦੇ ਸੇਵਾਦਾਰਾਂ ਨੇ ਪ੍ਰਬੰਧ ਕੀਤੇ ਹਨ। ਸਾਰਿਆਂ ਨੂੰ ਲਾਈਵ ਟੈਲੀਕਾਸਟ ਉੱਥੇ ਸਥਾਨ 'ਤੇ ਬਿਠਾ ਕੇ ਦਿਖਾਏ ਜਾਂਦੇ ਹਨ। ਉਹਨਾਂ ਦੇ ਵੀ ਇਸ ਉਪਰਾਲੇ ਦਾ ਧੰਨਵਾਦ। ਸਾਰਿਆਂ ਦਾ ਕਦਮ ਕਦਮ ਚੱਲਿਆ ਮਹਾਰਾਜ ਲੇਖੇ ਲਾਉਣ। ਸਤਿਗੁਰ ਪਾਤਸ਼ਾਹ ਦੇ ਪੰਜ ਪਿਆਰੇ ਸਾਹਿਬਾਨ ਆਏ ਹਨ। ਗੁਰੂ ਮਹਾਰਾਜ ਦੇ ਹੁਣ ਜਿੱਥੇ ਪਹਿਲਾਂ ਸ਼੍ਰੀ ਆਨੰਦ ਸਾਹਿਬ ਦੇ ਪਾਠ ਹੋਣਗੇ, ਅਰਦਾਸ ਬੇਨਤੀ ਸੋਧੇ ਜਾਣਗੇ। ਹੁਕਮਨਾਮਾ ਉਪਰੰਤ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਗਰ ਕੀਰਤਨ ਦੇ ਰੂਪ ਵਿੱਚ ਆਪਣੇ ਆਸਣਾ ਤੋਂ ਉੱਠ ਕਰਕੇ ਨਿਜ ਆਸਣਾ 'ਤੇ ਜਾ ਕੇ ਬਿਰਾਜਣਗੇ। ਆਪ ਸਾਰੀਆਂ ਸੰਗਤਾਂ ਨੇ ਜਿੱਦਾਂ ਆ 3 ਦਿਨ ਇਹਨੇ ਪ੍ਰੇਮ ਪਿਆਰ ਵਿੱਚ ਕੱਢੇ ਹਨ, ਹੁਣ ਵੀ ਪਿਆਰ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਆ ਇਹ ਕਾਰਜ ਕਰਨੇ ਹਨ। ਕਿਸੇ ਨੇ ਕੋਈ ਧੱਕਾ ਮੁੱਕੀ ਨਹੀਂ ਕਰਨਾ, ਕੋਈ ਫੋਰਸ ਨਹੀਂ ਕਰਨੀ। ਪਿਆਰ ਵਿੱਚ ਸਤਿਗੁਰ ਦੇ ਭਿੱਜ ਕੇ ਇਹ ਕਾਰਜ ਅਸੀਂ ਕਰੀਏ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਕਰ ਦਈਏ, ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਯਾਦ ਨੂੰ ਮੁੱਖ ਰੱਖਦੇ ਹਾਂ। ਉਹਨਾਂ ਦੀ ਯਾਦ ਵਿੱਚ ਕੱਲ ਜੋ ਇੱਥੋਂ ਦੀ ਲੋਕਲ ਕਾਉਂਸਲ ਹੈ, ਅਥਾਰਟੀਜ਼ ਨੇ, ਉਹਨਾਂ ਨੇ ਇੱਕ ਜੈਸਚਰ ਕੀਤਾ ਹੈ ਕਿ ਜੋ ਚੰਡੀਗੜ੍ਹ ਰੋਡ ਤੇ 32 ਸੈਕਟਰ 39 ਸੈਕਟਰ ਦੀ ਇੰਟਰਸੈਕਸ਼ਨ ਹੈ ਵਰਧਮਾਨ ਮਿਲ ਦੇ ਸਾਹਮਣੇ, ਉਸ ਚੌਂਕ ਦਾ ਨਾਮ ਕੱਲ ਸਤਿਕਾਰਯੋਗ ਬਾਬਾ ਜੀਆਂ ਦੇ ਨਾਂ 'ਤੇ ਰੱਖਿਆ ਜਾਵੇਗਾ। ਸਤਿ ਸ੍ਰੀ ਅਕਾਲ। ਬਾਬਾ ਜਸਵੰਤ ਸਿੰਘ ਜੀ ਚੌਂਕ। ਸੋ ਆਪ ਸਾਰੀਆਂ ਸੰਗਤਾਂ ਨੇ ਸਵੇਰੇ 9 ਵਜੇ ਉੱਥੇ ਪੁੱਜਣ ਦੀ ਕਿਰਪਾਲਤਾ ਕਰਨੀ। ਸਾਰੇ ਰਲ ਕੇ ਅਸੀਂ ਬਾਬਾ ਜੀ ਦੀਆਂ ਯਾਦਾਂ ਨੂੰ ਮਨਾਈਏ। ਪਰ ਨਾਲ ਮੁੱਖ ਯਾਦ ਸ਼ਬਦ ਦੀ ਹੋਵੇ, ਉਹਨਾਂ ਦਾ ਉਪਦੇਸ਼ ਕਮਾਉਂਦੇ ਆ। ਬਾਰ-ਬਾਰ ਇਹ ਬੇਨਤੀਆਂ ਬਾਰ-ਬਾਰ ਕਰ ਰਹੇ, ਕਿਉਂਕਿ ਬਾਬਾ ਜੀ ਨੇ ਤਾਂ ਉਮਰ ਇਹ ਇੱਕ ਬੇਨਤੀ ਕੀਤੀ ਸੀ, ਭਾਈ ਸ਼ਬਦ ਨਾਲ ਜੁੜਨਾ। ਸਾਡੇ ਕੋਲ ਤਾਂ ਕਿਸੇ ਹੋਰ ਕੋਈ ਥਾਂ ਹੀ ਨਹੀਂ ਹੈ ਇੱਕ ਸ਼ਬਦ ਤੋਂ ਇਲਾਵਾ। ਤੋ ਸ਼ਬਦ ਨਾਲ ਜੁੜੋ, ਜੀਵਨ ਸਫਲਾ ਕਰੋ। ਆਓ ਹੁਣ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਪਾਠ ਹੋਣ ਔਰ ਸਮਾਗਮ ਦੇ ਵਿੱਚ ਰਾਮਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸਿੱਧ, ਮਨ ਵਜੀਆਂ ਵਰਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈ। ਸ਼ਬਦੋ ਕਾ ਗਾਵੋ ਹਰੀ, ਤੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ। ਸਭਨਾ ਗਲਾ ਸਮਰੱਥ ਸੁਆਮੀ, ਸੋਗ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ ਕਰਤੇ, ਕਰਤਾ ਤੇਰੇ ਸਭ ਕਿਛ ਹੈ, ਕਿਸ ਤੇ ਸੁਭਾਵੇ। ਸਦਾ ਸਿਫਤ ਸਲਾਹਾ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਹੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਨ ਤੁਮਾ ਸਭ ਗਵਾਏ, ਹਰ ਸ਼ਾਂਤ ਸੁਖ ਮਨ ਪਾਏ ਵਸਿਆ। ਜਿਨ ਇੱਛਾ ਸਭ ਪੁਜਾਈ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਤਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ
ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਾਰ ਸਭਾਗੇ ਸ਼ਰਨ।